बड़े युद्धां तो बाद, संघर्षां तो बाद, शहादतां तो बाद श्रोमणी गुरुद्वारा प्रबंधक कमेटी बनी सी। 100 साल हो चुके ने, शताब्दी मनाई जा रही। इन्हां 100 सालां दे विच श्रोमणी गुरुद्वारा प्रबंधक कमेटी ने की खट्टिया, की कमाया, की गवाया, ते अज जिहड़ी असीं शताब्दी मना रहे, हुण सानूं की संकल्प लैणे चाहीदे ने, जां श्रोमणी गुरुद्वारा प्रबंधक कमेटी ने जो संकल्प ले लए ने मौजूदा हालातां दे विच श्रोमणी गुरुद्वारा प्रबंधक कमेटी, ਜਿਹਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵੀ ਕਿਹਾ ਜਾਂਦਾ, ਇਹਨਾਂ ਹਾਲਾਤਾਂ ਦੇ ਵਿੱਚ ਸਿੱਖ ਪੰਥ ਵਾਸਤੇ, ਸਿੱਖ ਸਮਾਜ ਵਾਸਤੇ, ਜਾਂ ਹੁਣ ਸਿੱਖਾਂ ਦੇ ਭਵਿੱਖ ਨੂੰ ਲੈ ਕੇ ਕਿਹੋ ਜਿਹੇ ਕਾਰਜ ਸ਼ੁਰੂ ਕਰਨੇ ਚਾਹੀਦੇ ਨੇ। ਔਰ 100 ਸਾਲ ਦੀ ਸ਼ਤਾਬਦੀ ਜਿਹੜੀ ਮਨਾਈ ਜਾ ਰਹੀ ਆ, ਉਸ ਮੁਤਲਕ ਅਸੀਂ ਗੱਲਬਾਤ ਕਰਾਂਗੇ ਸਿੱਖ ਵਿਦਵਾਨ, ਉੱਘੇ ਵਿਦਵਾਨ ਭਾਈ ਅਸ਼ੋਕ ਸਿੰਘ ਬਾਗੜੀਆਂ ਹੋਣਾ ਨਾਲ। ਬਾਗੜੇ ਸਾਹਿਬ, 100 ਸਾਲ ਹੋ ਚੁੱਕੇ ਜੀ, ਬਹੁਤ ਵੱਡਾ ਲੰਮਾ ਸਫ਼ਰ, ਬੜੀਆਂ ਸ਼ਹਾਦਤਾਂ, ਯੁੱਧਾਂ ਤੋਂ, ਸੰਘਰਸ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਬਣੀ। ਮੌਜੂਦਾ ਹਾਲਾਤ ਦੀ ਅਗਰ ਗੱਲ ਕੀਤੀ ਜਾਵੇ, ਇਹਨਾਂ 100 ਸਾਲਾਂ ਦੇ ਵਿੱਚ ਜੋ ਅਸੀਂ ਖੱਟਿਆ, ਜੋ ਅਸੀਂ ਗਵਾਇਆ, ਉਹਨੂੰ ਨਾਲ ਲੈ ਕੇ ਅਸੀਂ ਜੇ ਚੱਲਾਂਗੇ ਤਾਂ ਅੱਗੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਹੋ ਜਿਹੇ ਫਰਜ਼ ਕਰਨੇ ਦੀ ਲੋੜ ਆ ਜੀ? ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਦੇ ਪਿੱਛੇ ਜਿਹੜਾ ਹੈ ਉਹ ਸਾਡਾ ਗੁਰਦੁਆਰਿਆਂ ਨੂੰ ਡੇਰੇਦਾਰਾਂ ਤੋਂ, ਮਹੰਤਾਂ ਤੋਂ ਛੁਡਾਉਣ ਦਾ ਜਿਹੜਾ ਸਾਡਾ ਵਿਰਸਾ ਹੈ, ਇਤਿਹਾਸ ਹੈ, ਉਸ ਤੋਂ ਜ਼ਿਆਦਾ ਖੂਨੀ ਸਟਰਗਲ ਕੋਈ ਧਰਮ ਨੂੰ ਬਚਾਉਣ ਵਾਸਤੇ ਜਲਦੀ ਨਹੀਂ ਸਾਨੂੰ ਮਿਲਦੀ ਜੀ। ਉਸ ਤੋਂ ਬਾਅਦ ਇਹ ਇੱਕ ਚੀਜ਼ ਇਹ ਹੋਂਦ 'ਚ ਆਈ, ਚੰਗੀ ਜਾਂ ਮਾੜੀ, ਇਹ ਉਸ ਦੇ ਵਰਤਣ ਤੋਂ ਬਾਅਦ ਹੀ ਪਤਾ ਲੱਗਦਾ ਹੈ। ਹੋ ਸਕਦਾ ਹੈ ਕਿ ਅੰਗਰੇਜ਼ ਨੇ ਇਸ ਨੂੰ ਇਹ ਸੋਚਿਆ ਵੀ ਇਹਨਾਂ ਨੂੰ ਇੱਕ ਐਸੀ ਜਗ੍ਹਾ ਬਣਾ ਦਈਏ ਜਿਹਦੇ ਵਿੱਚ ਇਹ ਆਪਣੇ ਤੌਰ 'ਤੇ ਇਕੱਠੇ ਰਹਿਣ। ਉਹਦੇ ਨਾਲ ਉਸ 'ਤੇ ਅੰਗਰੇਜ਼ ਦੇ 2 ਆਬਜੈਕਟਿਵ ਪੂਰੇ ਹੁੰਦੇ ਨੇ। ਇੱਕ ਇਹ ਕਿ ਇੱਕ ਤੀਸਰੀ ਧਿਰ ਪੱਕੀ ਹੋ ਗਈ, ਹਿੰਦੂ ਮੁਸਲਮਾਨਾਂ ਦੇ ਵਿਚਕਾਰ ਸਿੱਖਾਂ ਦੀ ਇੱਕ ਸੰਸਥਾ ਬਣ ਗਈ ਜਿੱਥੇ ਉਹ ਇਕੱਠੇ ਹੋ ਗਏ। ਇਹ ਉਸ ਨੂੰ ਡਿਵਾਈਡ ਐਂਡ ਰੂਲ ਦੇ ਵਿੱਚ ਬੜਾ ਸੋਹਣਾ ਹਿੱਸਾ। ਦੂਸਰਾ, ਉਸ ਵੇਲੇ ਸਿੱਖ ਇਸ ਗੱਲੋਂ ਖੁਸ਼ ਹੋ ਗਏ ਕਿ ਸਾਨੂੰ ਕੋਈ ਪ੍ਰਾਪਤੀ ਹੋ ਗਈ। ਸੰਸਥਾਵਾਂ ਸਭ ਚੰਗੀਆਂ ਹੁੰਦੀਆਂ ਨੇ, ਮਾੜੀਆਂ ਵੀ ਹੁੰਦੀਆਂ ਨੇ। ਉਹ ਸਾਡੇ ਜਿਹੜੇ ਕਰਤੇ ਨੇ ਉਹ ਉਹਨਾਂ ਦੇ ਉੱਪਰ ਡਿਪੈਂਡ ਕਰਦਾ ਵੀ ਅਸੀਂ ਉਸ ਨੂੰ ਕਿਸ ਤਰ੍ਹਾਂ ਬਣਾਉਂਦੇ ਹਾਂ। ਇੰਗਲੈਂਡ ਦੀ ਪਾਰਲੀਮੈਂਟ ਹੈ, ਉੱਥੇ ਕੋਈ ਵਿਧਾਨ ਨਹੀਂ ਹੈ, ਲੇਕਿਨ ਉਹਦੇ ਵਰਗੀ ਕਾਮਯਾਬ ਡੈਮੋਕ੍ਰੇਸੀ ਹੋਰ ਕਿਤੇ ਨਹੀਂ ਹੈ। ਇਹ ਜਿਹੜੀਆਂ ਚੀਜ਼ਾਂ ਨੇ, ਇਹਨਾਂ ਨੂੰ ਉਸ ਹਿਸਾਬ ਨਾਲ ਦੇਖੀਏ ਤਾਂ ਇਸ ਨੂੰ ਅਸੀਂ ਡਰਾਅ ਕਰ ਸਕਦੇ ਹਾਂ ਲਾਈਨ ਪਾਰਟੀਸ਼ਨ 'ਤੇ ਜਾਂ ਇੰਡੀਪੈਂਡੈਂਸ ਨੇ। ਕਿਉਂਕਿ ਉਸ ਤੋਂ ਪਹਿਲਾਂ ਜਿਹੜੀ ਸਿਆਸਤ ਸੀ ਉਹ ਧਰਮ ਰਹਿਤ ਸਿਆਸਤ ਸੀ, ਧਰਮ ਤੋਂ ਦਬਿਆ ਹੋਇਆ ਸੀ। ਲੇਕਿਨ ਉਸ ਤੋਂ ਬਾਅਦ ਜੋ 3 ਧੜੇ ਖੜ੍ਹੇ ਹੋ ਗਏ, ਹਿੰਦੂ ਮੁਸਲਮਾਨ, ਅਸੀਂ ਵਿੱਚ ਰੜਕਦੇ ਰਹਿ ਗਏ, ਤਾਂ ਸਾਰੇ ਇਹ ਖਿੰਡ ਗਏ। ਉਹ ਜਿਹੜੀ ਕਾਂਗਰਸ ਜਿਹੜੀ ਸੀ ਉਹ ਕੋਈ ਸਿਆਸੀ ਪਾਰਟੀ ਨਹੀਂ ਸੀ, ਇਹ ਇੱਕ ਜੱਥਾ ਸੀ ਜਿਹਦੇ ਵਿੱਚ ਸਾਰਿਆਂ ਨੇ ਰਲ ਕੇ ਅੰਗਰੇਜ਼ ਨੂੰ ਕੱਢਣ ਦਾ ਤਹੱਈਆ ਕੀਤਾ। ਉਹਦੇ ਵਿੱਚ ਹਿੰਦੂ ਵੀ, ਉਹਦੇ ਵਿੱਚ ਮੁਸਲਮਾਨ ਵੀ, ਉਹਦੇ ਵਿੱਚ ਸਿੱਖ ਵੀ। ਹੁਣ ਜਿਹੜੇ ਅੱਜ ਨਹਿਰੂ ਨੂੰ ਗਾਲਾਂ ਕੱਢਦੇ ਨੇ, ਜਿਹੜਾ ਸੰਸਥਾ, ਉਹਨਾਂ ਦਾ ਹੀ ਆਗੂ ਨਹਿਰੂ ਦੇ ਨਾਲ ਸੀ ਹੋਮ ਮਿਨਿਸਟਰ। ਇਹ ਦੋਨੋਂ ਇਕੱਠੇ ਸੀਗੇ, ਉਦੋਂ ਤਾਂ ਇਕੱਠੇ ਸੀ, ਲੇਕਿਨ ਉਸ ਵੇਲੇ ਕਿਉਂਕਿ ਦੁਸ਼ਮਣ ਇੱਕ ਸੀ, ਇਸ ਕਰਕੇ ਉਹ ਉਸ ਤਰ੍ਹਾਂ ਰਹਿ ਗਿਆ। ਇਹ ਜਿਹੜੀਆਂ ਚੀਜ਼ਾਂ ਨੇ, ਹਾਲਾਤ ਬਦਲ ਗਈਆਂ। ਹੁਣ ਅਸੀਂ ਇਹ ਦੇਖਣਾ ਵੀ ਅਸੀਂ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਹੈ ਜਿਹੜੀ ਤੁਸੀਂ ਹੁਣੇ ਕਹੀ, ਮੈਂ ਉਦੋਂ ਹੀ ਪਹਿਲਾਂ ਸਿੱਧ ਕਰ ਦਿਆਂ ਵੀ ਇਸ ਨੂੰ ਪਾਰਲੀਮੈਂਟ ਕਹਿਣਾ ਬਿਲਕੁਲ ਗਲਤ ਹੈ। ਸਾਨੂੰ ਕਹਿਣਾ ਬੰਦ ਕਰ ਦੇਣਾ ਚਾਹੀਦਾ ਵੀ ਇਹ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਨਹੀਂ ਹੈ। ਪਾਰਲੀਮੈਂਟ ਦੇ ਵਿੱਚ 2 ਪਾਰਟੀਆਂ ਹੁੰਦੀਆਂ ਨੇ ਜੀ। ਇੱਕ ਸੰਵਿਧਾਨ ਦੇ ਹੱਕ 'ਚ ਕੋਈ ਖੁੰਦੀ ਹੈ, ਇੱਕ ਕੋਈ ਥੋੜ੍ਹਾ ਬਹੁਤ ਉਹਦੇ ਉਲਟ ਜਿਹੜੀ ਚੱਲਦੀ ਹੈ ਉਹ ਹੁੰਦੀ ਹੈ। ਇਹ ਤਾਂ ਪ੍ਰਬੰਧਕ ਕਮੇਟੀ ਹੈ, ਇਹਨਾਂ ਨੇ ਕੰਮ ਤਾਂ ਪ੍ਰਬੰਧ ਕਰਨਾ ਹੈ, ਨਾ ਕਿ ਆਪਸ ਦੇ ਵਿੱਚ ਪਾਰਟੀ ਖੜੀ ਕਰਨੀ ਹੈ। ਜਦੋਂ ਜਿੱਥੇ ਪਾਰਟੀ ਆ ਜਾਏਗੀ ਉੱਥੇ ਤਾਂ ਫਿਰ ਖਹਿਬਾਜ਼ੀ ਹੋਏਗੀ। ਇਹ ਪਾਰਲੀਮੈਂਟ ਕਹਿਣਾ ਹੀ ਇੱਕ ਪਾਰਲੀਮੈਂਟ ਇਸ ਕਰਕੇ ਕਹਿ ਦਿੰਦੇ ਨੇ ਕਿ ਇੱਕ ਉਹ ਸਿੱਖਾਂ ਦਾ ਇੱਕ ਮੁਕੱਦਸ ਸਥਾਨ ਹੈ ਜਿੱਥੇ ਸਿੱਖ ਕੌਮ ਆਪਣੇ ਬੈਠ ਕੇ ਫੈਸਲੇ ਲੈ ਲੈਂਦੀ ਆ। ਗੁਰੂ ਘਰ ਦੀ, ਗੁਰਧਾਮਾਂ ਦੀ ਸੇਵਾ ਸੰਭਾਲ, ਧਰਮ ਪ੍ਰਚਾਰ, ਸਿੱਖਿਆ ਦਾ ਪ੍ਰਸਾਰ। ਉਸ ਦੇ ਵਿੱਚ 2 ਪਾਰਟੀਆਂ ਕਿਵੇਂ ਹੋ ਸਕਦੀਆਂ ਨੇ? ਕਿ ਇਹ ਹੈ ਵੀ ਮੈਂ ਉਹਦਾ ਪ੍ਰਬੰਧ ਕਰਨਾ ਚਾਹੁੰਦਾ, ਤੁਸੀਂ ਕਹਿੰਦੇ ਹੋ ਨਾ ਕਰੋ।
ਇਹ ਹੈ ਤੁਸੀਂ ਸੁਝਾਅ ਦੇ ਸਕਦੇ ਹੋ ਵੀ ਐਂ ਨਹੀਂ ਐਂ ਕਰ ਲਓ। ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਈ। ਜੀ ਇਹ ਤਾਂ ਮਹਾਰਾਜ ਨੇ ਆਪ ਦੱਸਿਆ, ਡੈਮੋਕ੍ਰੇਸੀ ਤਾਂ ਉੱਥੇ ਆ ਗਈ। ਇਹ ਅਸੀਂ ਹੁਣ ਐਵੇਂ ਉਹਨੂੰ ਪਾਰਲੀਮੈਂਟ ਕਹਿ ਕੇ, ਕਿਉਂਕਿ ਪਾਰਲੀਮੈਂਟ ਬੜੀ ਵੱਡੀ ਚੀਜ਼ ਹੈ, ਇਲੈਕਸ਼ਨ ਹੁੰਦੀ ਹੈ, ਅਤੇ ਉਹ ਅਸੀਂ ਹਟਾ ਲਿਓ। ਹੁਣ ਪਾਰਲੀਮੈਂਟ ਦੇ ਜੇ ਅਕਾਲੀ ਲੜਨਗੇ ਤਾਂ ਫਿਰ ਕਾਂਗਰਸ ਵੀ ਲੜੂਗੀ। ਇਹ ਚੀਜ਼ ਹੈ, ਪਰ ਇਹ ਤਾਂ ਮਿਸਨੋਮਰ ਹੈ। ਜੀ ਪਾਰਲੀਮੈਂਟ ਨਹੀਂ ਜਾਂ ਜਿੱਦਾਂ ਕਿਉਂਕਿ ਮਰਹੂਮ ਖੁਸ਼ਵੰਤ ਸਿੰਘ ਹੋਣੀ ਕਹਿ ਗਏ ਸੀ ਪਾਰਲੀਮੈਂਟ ਨਹੀਂ ਆ, ਇਟ ਮੀਨ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਜੋਕੇ ਹਾਲਾਤਾਂ ਦੇ ਵਿੱਚ ਇਲੈਕਸ਼ਨ ਹੋਣੀ ਚਾਹੀਦੀ ਕਿ ਨਹੀਂ ਹੋਣੀ ਚਾਹੀਦੀ? ਦੇਖੋ ਗੱਲ ਇਹ ਹੈ, ਇਲੈਕਸ਼ਨ ਤਾਂ ਹੁਣ ਕਿਉਂਕਿ ਹੋਣੀ ਹੈ, ਹੋਏਗੀ। ਵੈਸੇ ਧਰਮ ਸਥਾਨ ਵਾਸਤੇ ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਸਿਲੈਕਸ਼ਨ ਹੋਣੀ ਚਾਹੀਦੀ ਹੈ। ਇਸ ਨੂੰ ਇਸੇ ਚੀਜ਼ ਨੂੰ ਸਾਹਮਣੇ ਰੱਖਦੇ ਹੋਏ ਕੇਂਦਰੀ ਸਿੰਘ ਸਭਾ ਬਣੀ ਸੀ। ਉਹਦੀ ਜਿਹੜੀ ਬਣਤਰ ਸੀ ਉਹ ਸੀਗੀ ਰਜਿਸਟਰਡ ਧਰਮ ਜਿਹੜੀਆਂ ਬਾਡੀ ਸੀਗੀਆਂ ਉਹਨਾਂ ਦੇ ਉੱਪਰ ਆਧਾਰਿਤ, ਵੀ ਉਹਨਾਂ ਦੇ ਆਪਣੇ ਨੁਮਾਇੰਦੇ ਅੱਗੇ ਆਉਣ ਅਤੇ ਉਹ ਬੈਠ ਕੇ ਆਪਣੀ ਸਲਾਹ ਕਰ ਲੈਣ। ਜਿਵੇਂ ਇੱਥੇ ਤੁਹਾਡੇ 15-20 ਗੁਰਦੁਆਰੇ ਨੇ, ਇਹ 15-20 ਗੁਰਦੁਆਰੇ ਰਲ ਕੇ 2 ਜਾਂ 3 ਨੁਮਾਇੰਦੇ ਚੁਣ ਲੈਣ। ਮੋਹਾਲੀ ਦੇ ਨੇ, ਉੱਥੋਂ ਦੇ ਲੈ ਉਹ 2-3 ਆਪਣੇ ਲੈ ਲੈਣ। ਉਹ ਇਕੱਠੇ ਹੋ ਕੇ ਜੋ ਫੈਸਲਾ ਲੈਣ ਉਹ ਸਾਰਿਆਂ 'ਤੇ ਲਾਗੂ ਹੋ ਜਾਏ। ਜਿਹੜੇ 177 ਦੇ ਕਰੀਬ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਤੁਸੀਂ ਕਹਿੰਦੇ ਕਿ ਉੱਥੇ ਸਿਲੈਕਸ਼ਨ ਹੋਣੀ ਚਾਹੀਦੀ, ਇਲੈਕਸ਼ਨ ਨਹੀਂ ਹੋਣੀ ਚਾਹੀਦੀ, ਉਹ ਆਪਾਂ ਕਿਵੇਂ ਸਿਲੈਕਟ ਕਰਾਂਗੇ ਜੀ? ਇਸ ਨੂੰ ਅਗਰ ਜੇ ਨੂੰ ਇੰਡਾਇਰੈਕਟ ਇਲੈਕਸ਼ਨ ਕਹਿ ਲਓ, ਜਿਸ ਤਰ੍ਹਾਂ ਰਾਜ ਸਭਾ ਦੀ ਹੁੰਦੀ ਹੈ, ਉਹਦੇ 'ਚ MLA ਵੋਟ ਪਾਉਂਦੇ ਨੇ। ਉਹਦੇ ਵਿੱਚ ਤੁਸੀਂ ਇੱਦਾਂ ਕਰ ਲਓ ਵੀ ਜਿਹੜੀਆਂ ਰਜਿਸਟਰਡ ਸਿੰਘ ਸਭਾਵਾਂ ਨੇ ਜੀ, ਉਹਨਾਂ ਨੂੰ ਕਹੋ ਵੀ ਤੁਸੀਂ ਆਪੋ ਆਪਣੀ ਇੱਕ ਵੋਟ ਭੇਜੋ। ਉਹ ਵੋਟ ਉਹਨਾਂ ਦੀ ਹੋਵੇ, ਨਿੱਜੀ ਨਾ ਹੋਵੇ। ਆਈ ਆਥੋਰਾਈਜ਼ ਸੋ ਐਂਡ ਸੋ ਟੂ ਵੋਟ ਫॉर ਮੀ, ਉਹ ਹੋਵੇ। ਇਹ ਨਹੀਂ ਕਿ ਉਹ ਜਿਹੜਾ ਬਣ ਗਿਆ ਅਤੇ ਉਹ ਹੁਣ ਮੈਂਬਰ ਹੀ ਬਣ ਗਿਆ। ਉਹ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਉਹਦੀ ਮੈਂਬਰ ਹੈ, ਉਹ ਇੱਕ ਵੋਟਰ ਹੈ। ਇਹ ਇਸ ਤਰ੍ਹਾਂ ਦਾ ਅਗਰ ਹੋ ਜਾਏ ਅਤੇ ਇਹਦੇ ਵਿੱਚ ਆ ਜਿਹੜਾ ਉੱਪਰਲਾ ਖਲਜਗੜ ਹੈ ਇਹ ਬੰਦ ਹੋ ਜਾਏਗਾ। ਜਿਹੜਾ ਅਗਰ ਇਹ ਵਾਲਾ ਪ੍ਰੋਸੈਸ ਸ਼ੁਰੂ ਹੋ ਜਾਂਦਾ ਹੈਗਾ ਤੇ ਜਿਹੜਾ ਡਾਊਨਫਾਲ ਆਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਧਾਨ ਦੇ ਵਿੱਚ ਕਾਰਜਕਾਰ ਪ੍ਰਕਿਰਿਆ ਦੇ ਵਿੱਚ, ਉਹ ਰੁਕ ਜਾਏਗਾ, ਠੱਲ ਪਏਗੀ। ਉਹਦੇ ਨਾਲ ਡੈਫੀਨਿਟ ਠੱਲ ਪੈ ਜਾਏਗੀ। ਜਦੋਂ ਹੁਣ ਜਿਹੜਾ ਬੰਦਾ ਅਸੀਂ ਭੇਜਦੇ ਹਾਂ, ਹੁਣ ਫਰਜ਼ ਕਰੋ ਅਸੀਂ ਇੱਥੇ ਸਾਡਾ 37 ਸੈਕਟਰ ਗੁਰਦੁਆਰਾ ਹੈ, ਅਸੀਂ ਇੱਥੋਂ ਦੇ 5-4 ਸੈਕਟਰ ਵਾਲੇ ਰਲ ਕੇ ਇੱਕ ਬੰਦਾ ਭੇਜਾਂਗੇ ਤਾਂ ਅਸੀਂ ਜ਼ਿੰਮੇਵਾਰ ਹੋ ਜਾਵਾਂਗੇ। ਉਧਰ 35 ਗੁਰਦੁਆਰਾ ਹੈ, ਉਹ ਕੋਈ ਰਲ ਕੇ ਬੰਦਾ ਭੇਜਣਗੇ, ਉਹ ਜ਼ਿੰਮੇਵਾਰ ਹੋ ਜਾਣਗੇ। ਇਹ ਜ਼ਿੰਮੇਵਾਰੀ ਜਿਹੜੀ ਹੈ ਉਹ ਥੱਲੇ ਡੈਸੀਮੇਟ ਹੋ ਜਾਏਗੀ। ਇਹ ਜਿਹੜੀ ਉੱਥੇ ਨੁਮਾਇੰਦਗੀ ਹੋਊਗੀ ਉਹ ਕਲੈਕਟਿਵ ਹੋਏਗੀ। ਉਹਦੇ ਵਿੱਚ ਆਦਮੀ ਮੈਂਬਰ ਨਹੀਂ ਹੋਏਗਾ, ਉਹ ਸੁਸਾਇਟੀ ਮੈਂਬਰ ਹੋਏਗੀ। ਇਨਡਾਇਰੈਕਟ ਇਲੈਕਸ਼ਨ ਅਗਰ ਇਸ ਤਰ੍ਹਾਂ ਦੀ ਹੋ ਜਾਏ ਤਾਂ ਇਹਦੇ ਨਾਲ ਸਾਡਾ ਜਿਹੜਾ ਬਹੁਤ ਹੱਦ ਤੱਕ ਜਿਹੜਾ ਹੈ, ਬਾਕੀ ਤਾਂ ਕਰਨ ਵਾਲਿਆਂ 'ਤੇ ਡਿਪੈਂਡ ਕਰਦਾ ਹੁੰਦਾ, ਬਹੁਤ ਜ਼ਿਆਦਾ ਇਹ ਜਿਹੜਾ ਦੁਖਾਂਤ ਹੈ ਨਾ ਸਾਡਾ, ਉਹ ਹੁਣ ਇਸ ਜਿਹਨੂੰ ਕਹਿੰਦੇ ਇਲੈਕਸ਼ਨ ਨੇ, ਕੀ ਕਹਿੰਦੇ, ਪਿੰਡ ਤਾਂ ਇੱਕ ਪਾਸੇ ਰਹਿ ਗਏ, ਪਰਿਵਾਰ ਵੀ ਵੰਡ ਕੇ ਰੱਖਤੇ, ਪਰਿਵਾਰ ਵੀ ਵੰਡਤੇ ਇਲੈਕਸ਼ਨ ਨੇ। ਇਹ ਜਿਹੜੀਆਂ ਚੀਜ਼ਾਂ ਨੇ ਇਸ ਤਰੀਕੇ ਨਾਲ ਇਹ ਹਟ ਸਕਦੀਆਂ। ਹੁਣ ਇਹਨਾਂ ਦੀ ਅਚੀਵਮੈਂਟ ਤੁਸੀਂ ਥੋੜ੍ਹੀ ਜਿਹੀ ਮੈਂ ਅੱਗੇ ਚੱਲੀਏ। ਹੁਣ ਇਹ ਤਾਂ ਹੋ ਗਿਆ ਉਹਨਾਂ ਦੇ ਇਲੈਕਸ਼ਨ ਕਿਸ ਤਰ੍ਹਾਂ ਹੋ ਸਕਦੀ ਹੈ। ਹੁਣ ਦੱਸੋ, ਅੱਜ ਮੈਨੂੰ ਦੱਸੋ ਕੋਈ ਗੁਰਦੁਆਰਾ 1947 ਤੋਂ ਪਹਿਲਾਂ ਦਾ ਬਣਿਆ ਹੋਇਆ ਹੈ? ਸਾਰੇ ਨਵੇਂ ਨੇ। ਰੱਬ ਢਾਤੇ। ਕਿਉਂ ਢਾਤੇ? ਪ੍ਰੀਜ਼ਰਵ ਨਹੀਂ ਰੱਖੇ ਹੈਗੇ? ਨਾ 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 ਨਾ, ਢਾਤੇ। ਇਹਦੀ ਵਜ੍ਹਾ ਪੁੱਛੋ। ਇੱਥੇ ਮੈਂ ਕਹਾਂਗਾ ਵੀ ਜਿਹੜੀ ਸਾਡੀ ਬੁੱਧੀਜੀਵੀ ਜਿਹਨੂੰ ਕਹਿੰਦੇ ਆ ਨਾ ਅਸੀਂ, ਜਿਨ੍ਹਾਂ ਵਿੱਚ ਅਸੀਂ ਪੜ੍ਹੇ ਲਿਖੇ ਹਾਂ, ਇਹ ਸਾਡਾ ਕਸੂਰ ਹੈ, ਅਸੀਂ ਬੋਲਦੇ ਨਹੀਂ। ਮੈਂ ਤੁਹਾਨੂੰ ਇੱਕ ਮਿਸਾਲ ਦੇ ਦਿੰਦਾ, ਬਾਕੀ ਅੱਗੇ ਤੁਸੀਂ ਐਲੈਬੋਰੇਟ ਕਰ ਲਿਓ। ਜਦੋਂ ਦੁੱਖ ਨਿਵਾਰਨ ਸਾਹਿਬ ਇਹਨਾਂ ਨੇ ਢਾਉਣਾ ਸ਼ੁਰੂ ਕੀਤਾ, ਜਦੋਂ ਮੈਂ ਪਿੰਡ ਨੂੰ ਜਾਣਾ, ਮੇਰੇ ਰਸਤੇ 'ਚ ਪੈਂਦਾ ਦੁੱਖ ਨਿਵਾਰਨ, ਅਸੀਂ ਜਾਂਦੇ ਆਉਂਦੇ ਉੱਥੇ ਮੱਥਾ ਟੇਕ ਕੇ ਲੰਘਦੇ ਹਾਂ, ਅਤੇ ਉਹ ਢਾਹ ਰਹੇ ਸੀਗੇ ਅਤੇ ਮੱਥਾ ਟੇਕਣ ਗਿਆ ਅਤੇ ਬੜੀ ਤਕਲੀਫ ਹੋਈ ਦੇਖ ਕੇ। ਅਤੇ ਉੱਥੇ ਜਿਹੜਾ ਇਹਨਾਂ ਦਾ ਇੰਚਾਰਜ ਸੀਗਾ, ਡੈਮੋਲੇਸ਼ਨ ਇੰਚਾਰਜ, ਉਹ ਗੋਡਿਆਂ ਤੋਂ ਗਿੱਟੇ ਤਾਈਂ ਇਹਨਾਂ ਦੇ ਕਸ਼ਹਿਰੇ ਹੁੰਦੇ ਨੇ, ਉਹਦੇ ਵੱਡੀਆਂ ਵੱਡੀਆਂ ਜੇਬਾਂ ਹੁੰਦੀਆਂ ਨੇ ਦਾਨ ਇਕੱਠਾ ਕਰਨ ਨੂੰ। ਅਤੇ ਮੈਂ ਉਹਨਾਂ ਗੱਲ ਕੇ ਮਾਰਾ, ਬਾਬਾ ਜੀ ਇਹ ਗੁਰਦੁਆਰਾ ਤਾਂ ਬਹੁਤ ਸੋਹਣਾ ਅਤੇ ਪੱਕਾ ਸੀ, ਇਹਨੂੰ ਢਾਉਣ ਦੀ ਕੀ ਲੋੜ ਪੈ ਗਈ? ਮੈਨੂੰ ਕਹਿੰਦੇ, ਸਰਦਾਰਾ ਤੈਨੂੰ ਨਹੀਂ ਪਤਾ, ਇਹ ਰਾਜੇ ਦਾ ਬਣਾਇਆ ਹੋਇਆ ਸੀ। ਹੁਣ ਇਹ ਦੱਸੋ ਕਿੱਧਰ ਲਈ ਸਿੱਖ ਬਣ ਸਕਦਾ ਹੈ? ਕਿਉਂਕਿ ਜਿੰਨੇ ਇੱਥੇ ਗੁਰਦੁਆਰਿਆਂ ਦੀ ਸੇਵਾ ਹੋਈ ਮਹਾਰਾਜ ਅਮਰ ਸਿੰਘ ਨੇ ਕਰਵਾਈ।
ਦਿੱਲੀ ਵਾਲਿਆਂ ਵੀ ਕਰਾਈ। ਦਿੱਲੀ ਵਾਲੇ ਤਾਂ ਰਜ਼ੀਆ ਉਸ ਜਿਹੜੀ ਉੱਥੇ ਬੇਗਮ ਸੀ ਉਹ ਤੋਂ ਕਰਵਾਈ। ਸੋ ਆਖਰ ਆਲ ਜਿਹੜੇ ਜੇ ਰਾਜੇ ਨੇ ਕੀਤੀ ਹੈ ਤਾਂ ਰਾਜੇ ਦਾ ਪੈਸਾ ਕਿੱਥੋਂ ਸੀ? ਪਬਲਿਕ ਦਾ ਹੀ ਪੈਸਾ ਸੀ ਨਾ। ਲੇਕਿਨ ਉਹਨਾਂ ਵਿੱਚ ਜਿਹੜਾ ਕਮਿਊਨਿਸਟ ਐਲੀਮੈਂਟ ਹੈ ਸੀ ਸਾਡੇ ਅਕਾਲੀਆਂ 'ਚ, ਉਹਨੇ ਉਹ ਸਾਰੇ ਢਵਾਏ। ਹੁਣ ਇਸ ਵੇਲੇ ਕੋਈ ਕਿੱਥੇ ਆ ਦੀਵਾਰ ਜਿੱਥੇ ਸਾਹਿਬਜ਼ਾਦੇ ਚੜ੍ਹੇ ਗਏ? ਕਿੱਥੇ ਆ ਉਹ ਠੰਡਾ ਬੁਰਜ? ਸਭ ਢਾਤੇ ਇਹਨਾਂ ਨੇ ਢਾਏ ਨੇ, SGPC ਨੇ ਢਾਏ ਨੇ। ਸਾਨੂੰ ਲੱਗਦਾ ਹੈ ਕਿ ਜਿਹੜੇ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਾਰ ਸੇਵਾ ਵਾਲੇ ਬਾਬੇ ਹੋਵੇ, ਅਸੀਂ ਪੱਥਰ ਲਾਲੇ ਸੰਗਮਰਮਰ ਲਾਲੇ ਜਿਹੜੀ ਉਹਦੀ ਰੂਹਾਨੀਅਤ ਸੀ, ਜਿਹੜੀ ਭਾਵਨਾ ਸੀ, ਉਹ ਖਤਮ ਕੀਤੀ। ਤੁਸੀਂ ਪਤਾ ਨਹੀਂ ਤੁਹਾਨੂੰ ਹੈ, ਤੁਹਾਨੂੰ ਨਹੀਂ ਪਤਾ ਹੋਣਾ, ਮੇਰੇ ਖਿਆਲ 'ਚ ਤੁਸੀਂ ਖਾਸੇ ਉਮਰ 'ਚ ਛੋਟੇ ਹੋ। ਜਿਹੜੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਉਹਦੇ ਖੜੇ ਇੱਟ ਦੀ ਸੀ। ਖੜੇ ਇੱਟ ਦੇ ਉਹਦੇ ਫਿਰ ਫੁੱਲ ਬਣੇ ਹੋਏ ਸੀ। ਹੁਣ ਵੀ ਤੁਸੀਂ ਦੇਖੋ, ਜਿਸ ਵੇਲੇ ਤੁਸੀਂ ਕਿਤੇ ਜਾਓ ਬਾਹਰ, ਜਿਹੜੀ ਇਸ ਤਰ੍ਹਾਂ ਇੱਟ ਦੀ ਜਾਂ ਪੱਥਰ ਦੀ ਜਿਹੜੀ ਹੈ ਉਹਦੇ ਟੈਂਪਰੇਚਰ ਹੋਰ ਹੁੰਦਾ, ਲੇਕਿਨ ਜਿੱਥੇ ਸੰਗਮਰਮਰ ਦਾ ਹੋਵੇ ਉਹਦਾ ਤਾਂ ਉੱਦਾਂ ਹੀ ਸਮਝੋ ਮਤਲਬ ਅੱਗ ਲੱਗ ਜਾਂਦੀ ਹੈ। ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੁੱਢਲੇ ਜਿਹੜੇ ਆਰੰਭਲੇ ਮੰਤਵ ਸੀ, ਮਕਸਦ ਸੀ ਜਾਂ ਉਹਦੀ ਕਿ ਗੁਰੂ ਧਾਮਾਂ ਦੀ ਸੇਵਾ ਸੰਭਾਲ, ਤੋਂ ਕਹਿੰਦੇ ਨੇ ਸੇਵਾ ਸੰਭਾਲ ਤੇ ਕਰ ਹੀ ਦਿੱਤੀ ਅਸੀਂ, ਜਿਹੜੀ ਅਸਲੀ ਸੀ ਸੰਭਾਲ ਦਾ ਮਤਲਬ ਇਹ ਤਾਂ ਨਹੀਂ ਵੀ ਉਹਨੂੰ ਢਾਹ ਦਿਓ। ਉਹਨਾਂ ਨੇ ਇਦਾਂ ਮਤਲਬ ਕੱਢ ਲਿਆ ਹੋਵੇਗਾ ਨਾ। ਨਹੀਂ ਮਤਲਬ ਫਿਰ ਅਸੀਂ ਜ਼ਿੰਮੇਵਾਰ, ਅਸੀਂ ਜਿਹੜੇ ਇੱਥੇ ਬੈਠੇ ਹਾਂ ਇੱਥੇ ਬੈਠੇ ਆਪਣੇ ਵੱਡੀਆਂ ਵੱਡੀਆਂ ਕੋਠੀਆਂ 'ਚ ਬੈਠੇ, ਅਸੀਂ ਜ਼ਿੰਮੇਵਾਰ। ਅਸੀਂ ਜ਼ਿੰਮੇਵਾਰ ਹਾਂ ਜਿਹੜੇ ਪੜ੍ਹੇ ਲਿਖੇ। ਅਸੀਂ ਕਿਉਂ ਨਹੀਂ ਆਵਾਜ਼ ਉਠਾਉਂਦੇ? ਯਾਨੀ ਕਿ ਅਸੀਂ ਸਾਡੀ ਜਿਹੜੀ ਮਾਨਸਿਕਤਾ ਸੀ ਆਉਣ ਵਾਲੀ ਪੀੜ੍ਹੀ ਵਾਸਤੇ, ਅਸੀਂ ਸਿਰਫ ਗੁਰਦੁਆਰੇ ਲਿਸ਼ਕਦੇ ਦਿਖਾਤੇ, ਅਸਲੀ ਜਿਹੜੀ ਉੱਥੇ ਸੀ ਉਹ ਜਿਹੜੀ ਅਸੀਂ ਮੰਤਵ ਸੀ ਉਹ ਖਤਮ ਹੋ ਗਿਆ। ਉਹ ਖਤਮ ਹੋ ਗਿਆ। ਮੈਂ ਦਿੱਲੀ ਗੁਰਦੁਆਰੇ 'ਚ ਕਿਤੇ ਉੱਥੇ ਆਲ ਇੰਡੀਆ ਸਿੱਖ ਕਾਉਂਸਲ ਹੈਗੀ ਹੋਏ, ਉਹਦੇ ਜਾਂਦਾ ਉੱਥੇ ਮੈਂ ਕਿਤੇ ਕਹਿ ਬੈਠਾ, ਮੈਂ ਕਿਹਾ ਜਿਨ੍ਹਾਂ ਦਿਨਾਂ 'ਚ ਗੁਰਦੁਆਰੇ ਕੱਚੇ ਸੀ ਉਦੋਂ ਸਿੱਖੀ ਪੱਕੀ ਸੀ, ਹੁਣ ਗੁਰਦੁਆਰੇ ਪੱਕੇ ਹੋ ਗਏ ਅਤੇ ਸਿੱਖੀ ਕੱਚੀ ਹੋ ਗਈ। ਉਹ ਜੀ ਮੇਰੇ ਤਾਂ ਇੱਕ ਉੱਥੋਂ ਸਿੰਘ ਉੱਠ ਕੇ ਮੇਰੇ ਗਲ ਪੈ ਗਿਆ, ਕਹਿੰਦਾ ਕੀ ਮਤਲਬ ਬਾਬੇ ਦਾ ਘਰ ਪੱਕਾ ਨਾ ਹੋਵੇ? ਹੁਣ ਬਾਬੇ ਦਾ ਘਰ ਥੋੜ੍ਹੀ ਆ ਉਹ ਤਾਂ ਭਲਾ ਹੋਵੇ, ਗੁਜ਼ਰ ਗਏ ਡਾਕਟਰ ਮਹੀਪ ਸਿੰਘ, ਉਹਨਾਂ ਨੇ ਮੇਰਾ ਖਹਿੜਾ ਚੜਾਇਆ। ਸੋ ਇਹ ਦੱਸੋ, ਜਿਹੜੇ ਮੁੱਢਲੇ ਕਾਰਜ ਗੁਰਧਾਮਾਂ ਦੀ ਸੇਵਾ ਸੰਭਾਲ, ਧਰਮ ਦਾ ਪ੍ਰਚਾਰ, ਸਿੱਖਿਆ ਦਾ ਪ੍ਰਚਾਰ, ਇਹ ਜਿਹੜੇ ਨੇ 100 ਸਾਲਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਆਪਣੇ ਫਰਜ਼ ਨਿਭਾਉਣ ਵਿੱਚ ਕਾਮਯਾਬ ਹੋਈ ਜੀ। ਦੇਖੋ, ਜਿੱਥੋਂ ਤੱਕ ਧਰਮ ਪ੍ਰਚਾਰ ਹੈ ਸ਼ੁਰੂ ਥੋੜ੍ਹਾ ਥੋੜ੍ਹਾ ਹੁੰਦਾ ਰਿਹਾ, ਹੁਣ ਹੌਲੀ ਕਰਕੇ ਬਿਲਕੁਲ ਖਤਮ ਹੋ ਗਿਆ। ਧਰਮ ਪ੍ਰਚਾਰ ਵੱਲ ਹੀ ਮੈਂ ਅੱਗੇ ਤੁਹਾਨੂੰ ਇਹ ਆਉਣਾ ਸੀ ਵੀ ਇਹ ਧਰਮ ਪ੍ਰਚਾਰ ਹੀ ਸੀ ਔਰ ਹੈ ਜਿਹੜਾ ਨਸ਼ਿਆਂ ਨੂੰ ਰੋਕ ਸਕਦਾ ਜੀ। ਅੱਜ ਅਗਰ ਨਸ਼ਿਆਂ ਦੀ ਇੰਨੀ ਭਰਮਾਰ ਹੈ, ਉਹਦੇ ਵਿੱਚ ਹੈ SGPC ਦੀ ਐਬਸੈਂਸ ਜੀ। ਇਹਨਾਂ ਦਾ ਕੰਮ ਸੀ। ਸਰਕਾਰ ਦਾ ਕੰਮ ਉਦੋਂ ਆਉਂਦਾ ਜਦੋਂ ਜੁਰਮ ਹੋ ਜੇ, ਜਦੋਂ ਸ਼ਰਾਬ ਪੀ ਕੇ ਬੰਦਾ ਉਲਟ ਪੁਲਟ ਹੋ ਜੇ, ਮਰ ਜੇ, ਉਦੋਂ ਸਰਕਾਰ ਦਾ ਕੰਮ ਚੁੰਦਾ। ਸਰਕਾਰ ਦਾ ਕੰਮ ਉਹਨੂੰ ਪੀਣੋਂ ਰੋਕਣਾ ਨਹੀਂ ਹੈਗਾ। ਰੋਕਣਾ ਜਿਹੜਾ ਕੰਮ ਹੈ ਉਹ ਸਮਾਜ ਦਾ ਕੰਮ ਹੈ। ਇਹ ਜਿਹੜਾ ਕੰਮ ਹੈ ਇਹ ਸਾਡਾ SGPC ਦਾ ਹੈ। ਇਸ ਵੇਲੇ ਜੇ ਕਹਿੰਦੇ ਆ 75% ਸਿੱਖ, 75% ਦੀ ਪੰਜਾਬੀ ਸ਼ਰਾਬੀ ਹੈ, ਇਹੀ ਕਹਿੰਦੇ ਨਾ। ਉਹ ਜੋ ਸ਼ਹਿਰ ਦੀ ਤੁਸੀਂ ਆਬਾਦੀ ਕੱਢ ਦਿਓ, ਹਿੰਦੂ ਭਾਈਆਂ ਦੀ ਕੱਢ ਦਿਓ, ਅਤੇ ਸਾਡੇ ਤਾਂ 90% ਹੋ ਗਏ, 95 ਜੀ। ਇਹ ਕੌਣ ਹੈ? ਇੱਥੇ ਕੀ ਪ੍ਰਚਾਰ ਹੈ ਉਹਨਾਂ ਦਾ? ਇਹਨਾਂ ਕੀ ਜਿਹੜੇ ਪਿੰਡਾਂ ਦੇ ਵਿੱਚ ਗੁਰਦੁਆਰੇ ਨੇ ਉੱਥੇ ਜਾ ਕੇ ਇਹਨਾਂ ਦਾ ਕੋਈ ਇਹ ਕਰਦਾ ਹੈ? ਪਿੰਡਾਂ ਦੇ ਵਿੱਚ 2-2 3-3 ਸ਼ਮਸ਼ਾਨ ਭੂਮੀ ਬਣ ਗਏ, ਉੱਥੇ ਇਹਨਾਂ ਦਾ ਕੋਈ ਪ੍ਰਚਾਰਕ ਜਾਂਦਾ? ਇਹਨਾਂ ਦਾ ਕਰਦਾ? ਗੁਰੂ ਨਾਨਕ ਨੇ ਕਿੰਨੇ 26 ਕਿ 20 ਜਾਂ 25 ਦੇ ਕਰੀਬ, ਮਤਲਬ ਟੋਟਲ 36 ਹੈਂਡ ਆਪਣੇ ਕੰਟਰੀਬਿਊਟਰ ਗੁਰਬਾਣੀ ਦੇ, ਜਿਨ੍ਹਾਂ ਵਿੱਚੋਂ 6 ਸਿੱਖ ਨੇ ਅਤੇ 30 ਨੌਨ ਸਿੱਖ ਨੇ ਜੀ। ਉਹ ਸਾਰੇ ਗੁਰੂ ਨਾਨਕ ਨੇ ਇਕੱਠੇ ਕਰਕੇ ਉਹਨਾਂ ਦੀ ਬਾਣੀ ਦਿੱਤੀ। ਜਿੱਥੇ ਅਸੀਂ ਗੁਰੂ ਨਾਨਕ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ, ਉੱਥੇ ਰਵਿਦਾਸ ਦੀ ਬਾਣੀ ਨੂੰ ਵੀ ਮੱਥਾ ਟੇਕਦੇ ਹਾਂ, ਉੱਥੇ ਸੈਨ ਨਾਈ ਨੂੰ ਵੀ ਮੱਥਾ ਟੇਕਦੇ ਹਾਂ, ਉੱਥੇ ਸਭ ਨੂੰ ਮੱਥਾ ਟੇਕਦੇ ਹਾਂ। ਇਹਨਾਂ ਦੇ ਹੁੰਦੇ ਹੋਏ ਇਹਨਾਂ ਦੇ ਅੱਡ ਅੱਡ ਗੁਰਦੁਆਰੇ ਕਿਉਂ ਬਣੇ? ਇਹ ਇਹਨਾਂ ਦੀ ਕਮਜ਼ੋਰੀ ਹੈ। ਜਿਹੜੇ ਅੱਡ ਅੱਡ ਗੁਰਦੁਆਰੇ ਬਣ ਗਏ, ਅੱਡ ਅੱਡ ਮੜੀਆਂ ਬਣ ਗਈਆਂ, ਅਤੇ ਪੰਜਾਬ ਦੇ ਵਿੱਚ ਜਿਹੜਾ ਡੇਰਾਵਾਦ ਵਧਿਆ ਗਾ, ਜਾਂ ਜਿਹੜੇ ਪਖੰਡੀ ਸਾਧ ਆਏ ਨੇ, ਇਹ ਲੱਗਦਾ ਤੁਹਾਨੂੰ ਲੱਗਦਾ ਕਿ ਧਰਮ ਦੀ ਪ੍ਰਚਾਰ ਦੀ ਕਿਤੇ ਨਾ ਕਿਤੇ ਘਾਟ ਰਹਿ ਗਈ? ਉਹਦੇ 2 ਵਜ੍ਹਾ ਨੇ। ਇਹਨੂੰ ਸ਼ੁਰੂ ਕਰਨਾ ਜਿਹੜਾ ਹੈ ਥੱਲੇ, ਇਹਨੂੰ ਵੰਡ ਪਾਉਣਾ, ਉਹ ਸਿਆਸਤ ਹੈ ਜੀ। ਸਿਆਸਤ ਦਾ ਕੰਮ ਹੈ ਵੰਡ ਕੇ, ਧਰਮ ਦਾ ਕੰਮ ਹੈ ਜੋੜਨਾ।
ਉਹਨਾਂ ਨੇ ਉਹਨੂੰ ਕੀਤਾ ਤੇ ਇਹਨਾਂ ਨੇ ਉਹਦੇ ਅਗੇਂਸਟ ਖੜੇ ਨਹੀਂ ਹੋਏ। ਇਹ ਜਿਹੜੀ ਚੀਜ਼ ਹੈ, ਇਸ ਚੀਜ਼ ਨੇ ਸਾਡਾ ਪ੍ਰਚਾਰ ਘੱਟ ਹੈ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੂੰ ਕਰਨੀਆਂ ਪੈਣਗੀਆਂ, ਇਹ ਤਾਂ ਹੀ ਜਾ ਕੇ ਇਹ ਕੰਮ ਸਿੱਧੂ ਹੋਏਗਾ। ਦੂਜੀ ਪਾਸੇ ਤਾਲੀਮ ਦਾ ਪਾਸਾ ਹੈ। ਤਾਲੀਮ ਬਹੁਤ ਜ਼ਰੂਰੀ ਚੀਜ਼ ਹੈ। ਯੂਨੀਵਰਸਿਟੀ ਦੀ ਸਾਨੂੰ ਕੋਈ ਲੋੜ ਨਹੀਂ। ਯੂਨੀਵਰਸਿਟੀ ਬਣਾਈ ਉਹਦਾ ਕੀ ਫਾਇਦਾ? ਉਹਦੇ ਤੁਸੀਂ ਕੈਰੀਕੂਲਮ ਪੜ੍ਹ ਲਿਓ, ਉਹਦੇ ਵਿੱਚ ਗੁਰਬਾਣੀ ਜਾਂ ਕੁਝ ਜੋ ਹੈ ਥੱਲੇ ਜਾ ਕੇ ਜਿਵੇਂ ਹੁੰਦਾ ਨਾ ਐਂਡ ਆਲਸੋ ਉਹ ਜਿਹਾ ਐਜੂਕੇਸ਼ਨ ਤਾਂ ਜਿੰਨੀ ਹੈ ਉਹ +2 ਤੇ ਖ਼ਤਮ ਹੋ ਜਾਂਦੀ ਹੈ। ਉਸ ਤੋਂ ਬਾਅਦ ਤਾਂ ਫਿਰ ਪ੍ਰੋਫੈਸ਼ਨਲ ਹੈ। ਕਰੈਕਟਰ ਹੈ ਜਿਹੜਾ ਬੰਦੇ ਦਾ ਸਾਲ ਦਾ, ਉਹ ਤਾਂ ਸਕੂਲ 'ਚ ਬਣ ਜਾਂਦਾ ਹੈ। ਉਸ ਤੋਂ ਬਾਅਦ ਬਾਪੂ ਜੀ ਕਹਿੰਦੇ ਹੁੰਦੇ ਸੀ ਕਿ ਉਦੋਂ ਬੰਦਾ ਤਾਂ ਉਦੋਂ ਪਕਰੋੜ ਹੋ ਜਾਂਦਾ ਬੱਚਾ। ਫਿਰ ਉਸ ਤੋਂ ਬਾਅਦ ਤਾਂ ਜਿਸ ਲਾਈਨ 'ਚ ਜਾਣਾ ਉੱਥੇ ਜਾਣਾ। ਉਹਦੇ ਫਿਰ ਸਿਧਾਂਤ ਜਿਹੜੇ ਬੇਸਿਕ ਸਿਧਾਂਤ ਨੇ ਉਹ ਤਾਂ ਬਣ ਚੁੱਕੇ ਹੁੰਦੇ ਨੇ। ਅੱਛਾ, ਜਿਹੜੇ ਤਿੰਨ ਆਪਾਂ ਕੀਤੀ ਜਾਵੇ, ਜਿਹੜਾ ਇਹਦਾ ਗੁਰਧਾਮਾਂ ਦੀ ਸੇਵਾ ਸੰਭਾਲ, ਧਰਮ ਦਾ ਪ੍ਰਚਾਰ, ਸਿੱਖਿਆ ਦਾ ਪ੍ਰਸਾਰ, ਤਾਂ ਲੱਗਦਾ ਕਿ ਤਿੰਨਾਂ ਤੋਂ ਇਲਾਵਾ ਹੁਣ ਮੌਜੂਦਾ ਹਾਲਾਤਾਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹੋਰ ਜ਼ਿਆਦਾ ਕੰਮ ਕਰਨ ਦੀ ਜ਼ਰੂਰਤ ਹੈ, ਕਿਉਂਕਿ ਪੰਜਾਬ 'ਚ ਡੇਰਾਵਾਦ ਵਧਿਆ, ਪੰਜਾਬ 'ਚ ਈਸਾਈ ਬਹੁਤ ਆ ਗਏ ਨੇ, ਬਹੁਤ ਸਾਰੇ ਜਿਹੜੇ ਸਿੱਖ ਧਰਮ ਦੇ ਨਾਲ ਤਾਲੁਕ ਰੱਖਣ ਵਾਲੇ ਲੋਕ ਨੇ ਉਹ ਦੂਜੇ ਧਰਮ ਛੱਡ ਕੇ ਹੋਰ ਧਰਮ ਅਪਣਾਉਂਦੇ ਜਾ ਰਹੇ ਨੇ। ਦੇਖੋ ਜੀ, ਮੈਂ ਤਾਂ ਕਹਿੰਦਾ ਵੀ ਜੇ ਸਾਡੇ ਬੱਚੇ ਧਰਮ ਗੁਰਦੁਆਰੇ ਨਹੀਂ ਜਾਂਦੇ ਤਾਂ ਅਸੀਂ ਜ਼ਿੰਮੇਵਾਰ ਹਾਂ। ਜੇ ਹਰਿਮੰਦਰ ਅਕਾਲ ਤਖ਼ਤ ਦੇ ਬਾਹਰ ਤੁਹਾਡੇ ਅਸੀਂ ਬੰਦੇ ਤਲਵਾਰਾਂ ਲੈ ਕੇ ਖੜੇ ਹੋਣਗੇ ਤਾਂ ਉੱਥੇ ਕੌਣ ਜਾਏਗਾ? ਇਹ ਜਿਹੜੀ ਚੀਜ਼ ਹੈ ਇਹ ਉਹਨਾਂ ਨੇ ਰੋਕਣੀਆਂ ਨੇ। ਇਹ ਪਰ ਹੁੰਦੀ ਉਹਦੀ ਫਿਰ ਉਹੀ ਜਿੱਥੇ ਪਾਰਟੀਬਾਜ਼ੀ ਹੋਊਗੀ ਉੱਥੇ ਤਲਵਾਰ ਵੀ ਚੱਲੂਗੀ। ਬਹੁਤ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਬਹੁਤ ਜ਼ਿਆਦਾ ਹੈਗਾ, ਸਿਹਤ ਸਿੱਖਿਆ 'ਚ ਵੀ ਕੰਮ ਨਹੀਂ ਕਰ ਪਏ, ਧਰਮ 'ਚ ਵੀ ਕੰਮ ਨਹੀਂ ਕਰ ਪਏ। ਸਿਹਤ ਇੱਥੇ ਹਸਪੀਟਲਾਂ ਦੀ ਵੀ ਜ਼ਰੂਰਤ ਹੈ, ਉਹ ਵੀ ਸ਼੍ਰੋਮਣੀ ਕਮੇਟੀ ਨੂੰ ਫਰਜ਼ ਨਿਭਾਉਣਾ ਚਾਹੀਦਾ। ਉਹ ਜਿਹੜੀ ਚੀਜ਼ ਆ ਉਹਨੂੰ ਕਰੋ। ਹੁਣ ਜਿਸ ਤਰ੍ਹਾਂ ਮੈਂ ਜਿਸ ਨੇ ਇਹ ਬਣ ਕੇ ਆਏ ਆਪਣੇ ਭਾਈ ਲੌਂਗੋਵਾਲ, ਇੱਥੇ ਇੱਕ ਮੀਟਿੰਗ ਹੋਈ, ਮੈਂ ਉੱਥੇ ਹੋਏ ਅਤੇ ਉਹਨਾਂ ਦਿਨਾਂ 'ਚ ਇੱਕ ਅਖਬਾਰ 'ਚ ਮੈਂ ਪੜ੍ਹਿਆ ਸੀਗਾ ਕਿ ਪਤਾਲਪੁਰੀ ਕੰਪਨੀ ਕਿੰਨੀ ਮੰਜ਼ਿਲ ਕਿੰਨੇ ਉਹਨਾਂ ਵਾਸਤੇ ਬਣਾ ਰਹੇ ਨੇ। ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜਥੇਦਾਰ ਜੀ ਇਹ ਬਿਲਕੁਲ ਕੰਮ ਗਲਤ ਹੈ। ਪਤਾਲਪੁਰੀ ਬਣਾਉਣਾ ਤਾਂ ਤੁਹਾਡੇ ਇਹ ਜਿਹਨੂੰ ਕਹਿੰਦੇ ਸਿਧਾਂਤ ਦੇ ਉਲਟ ਹੈ, ਕਿਉਂਕਿ ਅਸੀਂ ਜਿਹੜੇ ਫੁੱਲ ਪਾਉਣੇ ਨੇ, ਤਾਰਨੇ ਨੇ, ਉਹਨਾਂ ਵਾਸਤੇ ਕੋਈ ਨਿਰਧਾਰਿਤ ਜਗ੍ਹਾ ਨਹੀਂ ਹੈ। ਜਿੱਥੇ ਅਬਲਾ ਤਾਂ ਉੱਥੇ ਹੈਗਾ ਅੰਗੀਠਾ ਫਰੋੜਨ ਦਾ ਲਫ਼ਜ਼ ਨਹੀਂ ਹੈ, ਅੰਗੀਠੇ ਦੀ ਸੰਭਾਲ ਹੈ। ਉੱਥੇ ਤਾਂ ਇਹ ਹੈ ਵੀ ਜਿੰਨੀ ਵੀ ਹੈ ਰਾਖ ਉਹਦੇ 'ਚ ਹੱਡੀਆਂ ਅੱਡ ਦੀ ਲੋੜ ਨਹੀਂ ਹੈ। ਇਕੱਠੇ ਕਰਕੇ ਜਿੱਥੇ ਕੋਈ ਨੀਅਰੈਸਟ ਪਾਣੀ ਚੱਲਦਾ ਉੱਥੇ ਰੋੜ ਦਿਓ। ਜੇ ਕਿਤੇ ਪਾਣੀ ਨਹੀਂ ਲੱਗਦਾ ਤਾਂ ਜਿੱਥੇ ਕਿਤੇ ਕੋਈ ਜਗ੍ਹਾ ਮਿਲਦੀ ਹੈ ਉੱਥੇ ਦੱਬ ਦਿਓ। ਤੁਸੀਂ ਕਿਹਾ ਮੈਂ ਦੱਸਦਾ ਨਾ, ਅਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਅਗਰ ਤੁਸੀਂ ਕਰਨਾ ਹੈ ਉਹਦਾ ਇੱਕ ਕਰੋ ਕਿ ਚੰਡੀਗੜ੍ਹ ਦੇ ਨੇੜੇ ਇੱਕ ਸਰਾਂ ਬਣਾਓ, ਜਿੱਥੇ ਉੱਥੇ ਆ ਕੇ ਜਿਹੜੇ ਮਰੀਜ਼ PGI ਜਾਂਦੇ ਨੇ ਉਹਨਾਂ ਦੀ ਉੱਥੇ ਦੇਖਭਾਲ ਜਿਹੜੀ ਹੈ ਉਹ SGPC ਕਰੇ। ਉਦੋਂ ਤਾਂ ਕਹਿੰਦੇ ਭਾਈ ਸਾਹਿਬ ਬੜੀ ਅੱਛੀ ਗੱਲ ਹੈ, ਤੂੰ ਲਿਖ ਕੇ ਦੇ ਦਿਓ। ਮੈਂ ਸਾਰਾ ਕੁਝ ਲਿਖ ਕੇ ਉਹਨੂੰ ਦੇਤਾ। ਮੈਂ ਇੱਕ ਨੇ ਕਿਸੇ ਨੇ ਕਿਹਾ ਜੀ ਹਾਂ ਨਾਢਾ ਸਾਹਿਬ ਬਣਾਓ। ਮੈਂ ਨਾਢਾ ਸਾਹਿਬ ਦਾ ਉੱਥੋਂ ਪੈਂਦਾ 20 ਕਿਲੋਮੀਟਰ, ਤੁਸੀਂ ਇਹਦੇ ਨੇੜੇ ਬਣਾਓ। ਫਿਰ ਇੱਕ ਨੇ ਗਿਆ, ਕਹਿੰਦੇ ਹਾਂ ਉੱਥੇ ਅੰਬ ਸਾਹਿਬ ਜਗ੍ਹਾ ਕਾਫੀ ਹੈ, ਸੋ ਉੱਥੇ ਜਗ੍ਹਾ ਹੈਗੀ ਹੈ। ਇੱਥੇ ਤੁਹਾਡੇ 44 ਸੈਕਟਰ 44 'ਚ ਬਥੇਰੀ ਜਗ੍ਹਾ ਹੈਗੀ ਹੈ, ਉੱਥੇ ਕਿਤੇ ਬਣਾ ਸਕਦੇ ਨੇ। ਉਸ 'ਤੇ ਸਰਾਂ ਬਣਾਓ। ਫਿਰ ਉਹਦੇ ਨਾਲ ਤੁਸੀਂ ਐਡ ਕਰ ਸਕਦੇ ਹੋ ਜਿਹੜੇ ਬੱਚੇ ਬਾਹਰੋਂ ਆ ਕੇ ਪੜ੍ਹਨਾ ਚਾਹੁੰਦੇ ਨੇ, ਇੱਥੇ ਪੇਇੰਗ ਗੈਸਟ ਰਹਿੰਦੇ ਨੇ, ਉਹਨਾਂ ਨੂੰ ਉੱਥੇ ਸਹੂਲੀਅਤ ਦਿਓ, ਉੱਥੇ ਆ ਕੇ ਉਹ ਰਹਿਣ ਕਰਨ। ਇਹ ਇੰਡਾਇਰੈਕਟ ਤਰੀਕਾ ਉਹਨਾਂ ਨੂੰ ਕਰਨ ਦਾ। ਉਹਨੂੰ ਸਬਸਿਡਾਈਜ਼ ਖਾਣਾ ਦਿਓ। ਜਿਹੜਾ ਮਸਲਾ ਤੁਹਾਨੂੰ ਲੱਗਦਾ ਕਿ ਤੁਸੀਂ ਕਿਹਾ ਕਿ ਸੰਸਥਾਵਾਂ ਚੰਗੀਆਂ ਮਾੜੀਆਂ ਨਹੀਂ ਹੁੰਦੀਆਂ, ਜਿਹੜੇ ਉਹਨੂੰ ਉੱਥੇ ਚੇਅਰ ਜਿਹੜੀ ਕੁਰਸੀ 'ਤੇ ਆ ਕੇ ਲੋਕ ਬਿਰਾਜਮਾਨ ਹੁੰਦੇ ਉਹਨਾਂ 'ਤੇ ਬਹੁਤ ਨਿਰਭਰ ਕਰਦਾ ਹੈਗਾ ਕਿ ਉਹ ਕਿਵੇਂ ਲੈ ਕੇ ਜਾਣਗੇ ਅੱਗੇ। ਬਾਬਾ ਖੜਕ ਸਿੰਘ ਤੋਂ ਲੈ ਕੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੱਕ ਤਾਂ ਲੱਗਦਾ ਕਿ ਆਇਆ ਡਾਊਨਫਾਲ ਆਇਆ। ਇਹਨੂੰ ਜੇ ਤੁਸੀਂ ਤਰੀਕ ਬੰਨ੍ਹਣੀ ਚਾਹੁੰਦੇ ਹੋ ਨਾ ਤਾਂ ਇਹ ਸਮਝ ਲਓ ਵੀ ਮਾਸਟਰ ਤਾਰਾ ਸਿੰਘ ਤੋਂ ਬਾਅਦ ਹੌਲੀ ਇਹਦਾ ਡਿਕਲਾਈਨ ਸ਼ੁਰੂ ਹੋ ਗਿਆ, ਜਾਂ ਪਤਾ ਨਹੀਂ ਕਿਸ ਤਰ੍ਹਾਂ ਇਹ ਹੋ ਗਿਆ। ਇੱਕ ਕਿਸਮ ਦਾ ਪਾਰਟੀਸ਼ਨ ਨਾਲ ਹੀ ਇਹਦਾ ਹੋ ਗਿਆ ਮੇਲ। ਜਿਹੜੇ ਅੱਗੇ ਆਏ ਉਹ ਉਹਨੇ ਕਮਿਟਡ ਬੰਦੇ ਨਹੀਂ ਰਹੇ। ਉਦੋਂ ਇਸ ਕਿਸਮ ਦੀ ਇਲੈਕਸ਼ਨ ਵੀ ਨਹੀਂ ਸੀ। ਮਾਸਟਰ ਤਾਰਾ ਸਿੰਘ ਜਿੱਦਣ ਗੁਜ਼ਰੇ ਨੇ ਉਹਨਾਂ ਦਾ ਬੈਂਕ ਬੈਲੈਂਸ 36 ਰੁਪਏ ਸੀ ਜੀ। ਅਤੇ ਹੁਣ ਆ ਪਿੱਛੇ ਜੇ ਇੱਕ ਲੀਡਰ ਦਾ ਮੈਨੂੰ ਕਿਸੇ ਨੇ ਦੱਸਿਆ ਵੀ ਪਿੱਛੇ 5-4 ਸਾਲ ਕਿਤੇ ਇਲੈਕਸ਼ਨ ਪਹਿਲਾਂ 36,000 ਕਰੋੜ ਦਾ ਸੀ।
ਬੈਂਕ ਬੈਲੈਂਸ ਜਿਹੜਾ ਇਲੈਕਸ਼ਨ 'ਚ ਪਤਾ ਲੱਗਿਆ, ਉਹਨਾਂ ਦਾ ਸੀ 36 ਰੁਪਏ। ਸੋ ਉਹ ਇਮਾਨਦਾਰੀ ਜਿਹੜੀ ਹੈ ਉਹ ਹੁਣ ਸਾਡੇ 'ਚ ਹੈ ਨਹੀਂ। ਸਾਡੇ ਤਾਂ ਇਹ ਵੀ ਹੈ ਵੀ ਜਿਹੜਾ ਪੂਜਾ ਦਾ ਤਾਨ ਖਾਣਾ ਉਹਨੂੰ ਬੁਰਾ ਕਹਿੰਦੇ ਨੇ, ਪਰ ਇੱਥੇ ਰੱਜ ਤੇ ਪੈਨ ਵੀ ਘਰੋਂ ਲੈ ਕੇ ਆਉਂਦੇ ਸੀ ਨਾ ਜੀ, ਮਾਸਟਰ ਤਾਰਾ ਸਿੰਘ ਤੇ ਪੈਨ ਵੀ ਘਰੋਂ ਲੈ ਕੇ ਆਉਂਦੇ ਸੀ। ਸਾਰਾ ਕੁਝ ਅੱਛਾ, ਤੁਹਾਨੂੰ ਲੱਗਦਾ ਕਿ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਫਰਜ਼ ਸੀ ਉਹ ਨਹੀਂ ਨਿਭਿਆ ਹੈਗਾ ਹੁਣ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਕਹਿ ਰਹੇ ਕਿ ਗੁਰਧਾਮਾਂ ਦੀ ਸੇਵਾ ਹੋਣੀ ਚਾਹੀਦੀ, ਇੱਥੇ ਤੇ ਗੁਰੂ ਸਾਹਿਬ ਵੀ ਚੋਰੀ ਹੋ ਰਹੇ ਨੇ। ਗੁਰੂ ਸਾਹਿਬ ਨੂੰ ਤੁਸੀਂ ਬਣਾਤਾ ਇੱਕ ਆਈਕਨ। ਗੁਰੂ ਸਾਹਿਬ ਦਾ ਤਾਂ ਚੋਰੀ ਹੋ ਰਹੇ ਨੇ ਵੀ ਤੁਸੀਂ ਗੁਰਦੁਆਰੇ ਜਾ ਕੇ ਤਾਂ ਤੇ ਉਲਟ ਪੁਲਟ ਬੋਲਦੇ ਹੋ। ਸਿਆਸਤ ਹੁਣ ਆਪਾਂ ਦੋ ਬੈਠੇ ਹਾਂ, ਆਪਾਂ ਵੀ ਜਾਂਦੇ ਹਾਂ ਗੁਰਦੁਆਰੇ, ਮੈਂ ਜਾ ਕੇ ਕਹਿੰਦਾ ਬਾਬੇ ਨੂੰ ਇਹਨੂੰ ਵੋਟ ਪਾਈ, ਤੁਸੀਂ ਜਾ ਕੇ ਕਹਿੰਦੇ ਹੋ ਬਾਬੇ ਨੂੰ ਇਹ ਨਹੀਂ ਫਲਾਉਣੇ ਉਹਨੂੰ ਵੋਟ ਪਾਈ। ਹੁਣ ਬਾਬਾ ਕੀ ਕਰੂਗਾ? ਬਾਬੇ ਨੂੰ ਜਾ ਕੇ ਉੱਥੇ ਵੋਟ ਮੰਗਣੀ ਕਰਨੀ, ਇਹ ਉਹਦਾ ਕੋਈ ਕੰਮ ਨਹੀਂ ਹੈ। ਲੋਕ ਤੇ ਹੁਣ ਕਹਿੰਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਪਰਿਵਾਰ ਤੇ ਕਬਜ਼ਾ ਆ ਗਿਆ ਵੀ ਇੱਥੇ ਜਿਹੜੇ ਪੋਲੀਟੀਸ਼ੀਅਨ ਨੂੰ, ਪੋਲੀਟਿਕਸ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢੋ। ਲੋਕ ਮੇਰੀ ਪੀਰੀ ਦਾ ਸਿਧਾਂਤ ਕਿਤੇ ਜਿੱਥੇ ਮੀਰੀ ਉੱਥੇ ਪੀਰੀ, ਜਿੱਥੇ ਪੀਰੀ ਉੱਥੇ ਮੀਰੀ ਹੈ। ਠੀਕ ਹੈ, ਉਹ ਅੱਡ ਨੇ। ਹਰਿਮੰਦਰ ਸਾਹਿਬ ਅੱਡ ਹੈ, ਅਕਾਲ ਤਖਤ ਅੱਡ ਹੈ, ਉਹਦੀ ਮਰਿਆਦਾ ਆਪਣੀ ਹੈ, ਉਹਦੀ ਮਰਿਆਦਾ ਆਪਣੀ ਹੈ। ਹਰਿਮੰਦਰ ਸਾਹਿਬ ਦੇ ਵਿੱਚ ਹਰ ਕੋਈ ਜਾ ਸਕਦਾ, ਹਾਂਜੀ, ਉੱਥੇ ਕੋਈ ਰੁਕਾਵਟ ਨਹੀਂ ਹੈ, ਲੇਕਿਨ ਅਕਾਲ ਤਖਤ 'ਤੇ ਨਹੀਂ। ਅਕਾਲ ਤਖਤ 'ਤੇ ਰੋਕ ਹੈ, ਉੱਥੇ ਗੈਰ ਸਿੱਖ ਦਾ ਪ੍ਰਸ਼ਾਦ ਨਹੀਂ ਚੱਲਦਾ। ਮੈਨੂੰ ਪਤਾ, ਮੈਂ ਬਾਪੂ ਜੀ ਨਾਲ ਜਾਂਦਾ ਰਿਹਾ ਅਤੇ ਉੱਥੇ ਪ੍ਰਸ਼ਾਦ ਜੇ ਲੈ ਕੇ ਜਾਣਾ, ਬਾਪੂ ਜੀ ਨੂੰ ਤਾਂ ਜਿਹੜਾ ਉੱਥੇ ਬੈਠੇ ਹੁੰਦੇ ਸੀ ਤਾਬੇ, ਉਹ ਪੁੱਛਦੇ ਸੀ ਰਹਿਤ ਹੈ? ਉਹ ਜਥੇਦਾਰੀ ਹੈ। ਉੱਥੇ ਤੇ ਹੁਣ ਅਕਾਲ ਤਖਤ ਨੂੰ ਵੀ ਗੁਰਦੁਆਰਾ ਬਣਾ, ਉੱਥੇ ਮਹਾਰਾਜ ਦਾ ਸਰੂਪ ਰੱਖਤਾ। ਸਰੂਪ ਰੱਖਣਾ ਹੋਰ ਚੀਜ਼ ਹੈ, ਇਹੀ ਤਾਂ ਨਾ ਹਰ ਥਾਂ 'ਤੇ ਸਰੂਪ ਰੱਖੀ ਜਾਂਦੇ ਨੇ। ਇਹ ਵੀ ਤਾਂ ਹੁਣ ਇੱਕ ਚਲੋ ਖੈਰ, ਚਲੋ ਉਹ ਸਰੂਪ ਰੱਖਣ ਵਾਲੀ ਉਹ ਕਹਿ ਰਹੇ ਕਿ ਇੱਕ ਮਹੰਤਾ ਤੋਂ ਗੁਰਦੁਆਰੇ ਛਡਾਏ ਗਏ ਸੀ। ਹੁਣ ਜਿਹੜੇ ਲੋਕ ਨਹੀਂ, ਮੈਂ ਉਸ ਤੇ ਯਾਰ ਲੋਕ ਇਹ ਕਹਿ ਰਹੇ ਨੇ ਕਿ ਮੈਨੂੰ ਇਹ ਕਹਿੰਦੇ ਸੰਗ ਆਉਂਦੀ ਹੈ, ਸ਼ਰਮ ਆਉਂਦੀ ਹੈ ਵੀ ਇਹ ਵੀ ਇੱਕ ਡੇਰਾ ਬਣ ਗਿਆ। ਉਹ ਇਸੇ ਕਰਕੇ ਕਹਿ ਰਹੇ ਕਿ ਇਹ ਜਿਹੜੇ ਮਾਡਰਨ ਮਹੰਤਾ ਇਹਨਾਂ ਤੋਂ ਖਹਿੜਾ ਛਡਾਉਣ ਦੀ ਲੋੜ ਹੈ। ਇਹ ਆਰਗੇਨਾਈਜ਼ਡ ਨੇ, ਇਹਨਾਂ ਨੂੰ ਖਹਿੜਾ ਛਡਾਉਣਾ ਬਹੁਤ ਔਖਾ ਹੈ। ਪਤਾ ਨਹੀਂ, ਤੁਸੀਂ ਵੈਸੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ, ਪੱਤਰਕਾਰ ਹੋ ਬੜੇ ਡੂੰਘੇ। ਜਦੋਂ ਹੋਈ 14 ਦੀ ਇਲੈਕਸ਼ਨ, ਜਿਹਦੇ 'ਚ ਅਮਰਿੰਦਰ ਵਰਸਸ ਜੈਤਲੇ ਸੀ, ਉਦੋਂ ਟ੍ਰਿਬਿਊਨ ਦੇ ਵਿੱਚ ਇੱਕ ਸਵਾਲ ਛਪਿਆ ਸੀਗਾ ਕਿ SGPC ਸਿੱਖ ਉਮੀਦਵਾਰ ਨੂੰ ਵੋਟ ਪਾਏਗੀ। ਨਾ ਹੁਣ ਦੱਸੋ, ਇਹ ਕਿੱਡਾ ਵੱਡਾ ਕੁਐਸਚਨ ਮਾਰਕ ਹੈ ਇਹ SGPC ਦੇ ਸਿੱਖ ਇੰਸਟੀਚਿਊਸ਼ਨ ਬਣਨ ਦਾ। ਇਹ ਤੁਸੀਂ ਦੇਖੋ, ਤੁਸੀਂ ਆਪ ਅਨਾਲਿਸਿਸ ਕਰ ਸਕਦੇ ਹੋ ਵੀ ਅਗਰ ਇਹ ਟ੍ਰਿਬਿਊਨ ਜ਼ਿੰਮੇਵਾਰ ਅਖਬਾਰ ਹੈ ਅੰਗਰੇਜ਼ੀ ਦਾ, ਅਤੇ ਉਹਦੇ ਵਿੱਚ ਇਹ ਲਿਖਿਆ ਹੋਵੇ ਕਿ ਕੀ ਇਹ SGPC ਸਿੱਖ ਉਮੀਦਵਾਰ ਨੂੰ ਵੋਟ ਪਾਏਗੀ। ਇਹ ਤਾਂ ਸ਼ਰਾਰਤ ਵੀ ਹੋ ਸਕਦੀ ਨਾ, ਸ਼ਰਾਰਤ ਵੀ ਹੈਗੀ, ਸ਼ਰੇਆਮ ਸ਼ਰਾਰਤ। ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੀ ਇੱਕ ਸਿੱਖ ਉਮੀਦਵਾਰ ਨੂੰ ਵੋਟਾਂ ਪਾਏਗੀ ਜੀ? ਨਹੀਂ, ਸ਼ਰਾਰਤ ਨਹੀਂ ਹੈ। ਇੱਕ ਇਹ ਐਸਾ ਸਵਾਲ ਹੈ ਜਿਹਨੇ ਉਹਨਾਂ ਦੇ ਕਿਰਦਾਰ ਨੂੰ ਚੈਲੰਜ ਕੀਤਾ ਹੈ, ਕਿਉਂਕਿ ਇਹ ਸਾਰੇ ਅਕਾਲੀ ਦੂਜੇ ਪਾਸੇ ਲੱਗੇ ਹੋਏ ਸੀਗੇ। ਉਹ ਤਾਂ ਕਿਰਦਾਰ ਦੀ ਹੈਗੀ, ਕਿਰਦਾਰ ਤੁਸੀਂ ਕਿਸੇ ਦਾ ਕਿਰਦਾਰ ਨੂੰ ਮਾਪਣਾ ਹੈਗਾ, ਤੇ ਉਹ ਸਵਾਲ ਹੀ ਇਦਾਂ ਦਾ ਜਿਹੜਾ ਸਾਜ਼ਿਸ਼ ਦੇ ਨਾਲ ਭਰਪੂਰ ਹੈ। ਉਸ ਤਰੀਕੇ ਨਾਲ ਕਰਨ ਦਾ ਕਿਰਦਾਰ ਚੈਲੰਜ ਹੈ, ਉਹਨਾਂ ਕਿਰਦਾਰ ਚੈਲੰਜ ਹੈ। ਅੱਛਾ, ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਾਫੀ ਮਤੇ ਪਾਸ ਕੀਤੇ ਹੈਗੇ ਨੇ, ਮੈਂ ਤੁਹਾਨੂੰ ਮਤੇ ਇੱਕ ਤੇ ਕਹਿ ਰਿਹਾ, ਸ਼੍ਰੋਮਣੀ ਕਮੇਟੀ ਨੇ ਅੱਜ ਸਥਾਪਨਾ ਦਿਵਸ ਤੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕੀਤੇ ਜਾਂਦੇ ਜੀ। ਸ਼੍ਰੋਮਣੀ ਕਮੇਟੀ ਵੱਲੋਂ ਦੇਸ਼ ਵਿੱਚ ਘੱਟ ਗਿਣਤੀਆਂ ਦੀ ਅਸੁਰੱਖਿਆ ਦੇ ਪ੍ਰਬਲ ਹੋ ਰਹੇ ਵਰਤਾਰੇ ਤੇ ਚਿੰਤਾ ਦੇ ਪ੍ਰਗਟਾਵੇ ਦਾ ਮਤਾ ਪਾਸ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਮੌਕੇ ਜਾਤ ਪਾਤ ਦੇ ਖਾਤਮੇ ਲਈ ਮਤਾ ਪਾਸ ਹੈ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਤਾਬਦੀ ਸਮਾਗਮਾਂ ਮੌਕੇ ਸਿੱਖ ਇੱਕ ਵੱਖਰੀ ਕੌਮ ਦਾ ਮਤਾ ਪਾਸ। ਅਸੀਂ ਅੱਜ ਵੀ ਇਹ ਜਿਹੜੇ ਪਹਿਲੇ ਜਿੱਥੇ ਇਹਨਾਂ ਨੇ ਜਾਤ ਪਾਤ ਦਾ ਕੀਤਾ ਨਾ ਜੀ, ਮੈਂ ਉਹਦੇ 'ਚ ਇਹ ਕਹਾਂਗਾ ਵੀ ਉੱਥੋਂ ਹੁਕਮਨਾਮਾ ਜਾਰੀ ਹੋਏ ਕਿ ਕੋਈ ਸਿੱਖ ਆਪਣੇ ਪਿੱਛੇ ਜਾਤ ਪਾਤ ਨਹੀਂ ਲਿਖੇਗਾ ਜੀ, ਜਾਤ ਨਹੀਂ ਲਿਖੇਗਾ ਜੀ। ਹੁਣ ਕਹਿ ਰਹੇ ਢਿੱਲੋਂ ਸੀ ਜੀ, ਪਰ ਉਹ ਤਾਂ ਨਹੀਂ ਲਿਖਦੇ ਸੀਗੇ ਵੀ ਢਿੱਲੋਂ। ਜਿੱਦਾਂ ਤੇ ਬਾਦਲ ਸਾਹਿਬ ਵੀ ਕਹਿਣਗੇ ਮੈਂ ਵੀ ਢਿੱਲੋਂ ਆ, ਮੈਂ ਵੀ ਬਾਦਲ ਲਿਖਦਾ ਰਿਹਾ। ਕਿੰਨੇ ਕੁ ਨੇ ਅਗਲੇ ਉੱਪਰਲੇ ਹੀ ਨੇ ਨਾ ਜਿਹੜੇ ਇਦਾਂ ਦੇ ਕਰਦੇ ਨੇ, ਥੋੜ੍ਹੇ ਜਿਹੇ ਨੇ ਪੁਰਾਣੇ ਨੇ ਜਿਹੜੇ, ਇਹ ਤਾਂ ਬਹੁਤ ਪੁਰਾਣੇ ਨੇ ਨਾ।
ਉਹ ਤਾਂ ਮੇਰੇ ਤੋਂ ਵੀ 10 ਸਾਲ ਉੱਪਰਲੇ ਨੇ। ਤੇ ਇਹ ਪੁਰਾਣੇ ਨੇ ਥੋੜ੍ਹੇ ਜਿਹੇ ਜਿਹੜੇ ਕਰਦੇ ਨੇ ਜਾਤ ਪਾਤ, ਇੱਕ ਤਾਂ ਲਿਖਣੀ ਬੰਦ ਹੋਵੇ, ਜਿਹੜੇ ਜਾਤ ਪਾਤ ਦੇ ਆਧਾਰ ਤੇ ਪਿੰਡਾਂ 'ਚ ਗੁਰਦੁਆਰੇ ਨੇ ਉਹ ਬੰਦ ਹੋਣੇ 'ਚ ਉਹ ਬੰਦ ਹੋਣ, ਉਹਨਾਂ ਨੂੰ ਇਹ ਬੰਦ ਕਰਨ, ਉਹਨਾਂ ਨੂੰ ਟੇਕ ਓਵਰ ਕਰਨ, SGPC ਟੇਕ ਓਵਰ ਕਰੇ ਤੇ ਉਹਨਾਂ ਨੂੰ ਆਪਣੇ ਪ੍ਰਬੰਧ 'ਚ ਲਵੇ। ਅੱਛਾ, ਇਹ ਜਿਹੜਾ ਖੇਤੀ ਜਾਂ ਉਹਨਾਂ ਨੂੰ ਉੱਥੋਂ ਦੀ ਪੰਚਾਇਤ ਦੇ ਪ੍ਰਬੰਧ 'ਚ ਦੇ ਦੇ। ਜਿਹੜਾ ਖੇਤੀਬਾੜੀ ਵਾਲਾ ਮਤਾ ਜਿਹੜਾ ਸ਼੍ਰੋਮਣੀ ਕਮੇਟੀ ਨੇ ਪਾਸ ਕੀਤਾ, ਇਹਨੂੰ ਕਿੱਦਾਂ ਦੇਖਦੇ ਜੀ? ਇਹ ਦੇਖੋ, ਇਹ ਸਿਰਫ ਇਹ ਸਿੱਖ ਮਸਲਾ ਨਹੀਂ ਹੈਗਾ। ਸਾਰੇ ਜ਼ਿਮੀਂਦਾਰ ਸਿੱਖ ਨਹੀਂ ਹੈਗੇ, ਲੇਕਿਨ ਸਿੱਖ ਬਹੁਤੇ ਜ਼ਿਮੀਂਦਾਰ ਨੇ। ਪਰ ਸ਼੍ਰੋਮਣੀ ਕਮੇਟੀ ਨੂੰ ਇਹ ਮਤਾ ਪਾਸ ਕਰਨਾ ਤੁਹਾਨੂੰ ਲੱਗਦਾ ਜਾਇਜ਼ ਆ? ਦੇਖੋ, ਪੰਜਾਬ ਵਾਸਤੇ ਤਾਂ ਜਾਇਜ਼ ਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਤਾਂ ਜਿੰਨੇ ਜ਼ਿਮੀਂਦਾਰ ਨੇ ਬਾਈ ਐਂਡ ਲਾਰਜ ਸਿੱਖ ਨੇ। ਅਗਰ ਸਹੀ ਮੈਨੇਜ ਕੋਈ ਸਾਡਾ ਜ਼ਿਮੀਂਦਾਰ ਲੀਡਰ ਹੈ, ਉਹ ਸੁਨੀਲ ਜਾਖੜ ਹੈ, ਜਿਹੜਾ ਜ਼ਿਮੀਂਦਾਰ ਹੈ ਔਰ ਲੀਡਰ ਹੈ। ਦੂਜੇ ਜਿਹੜੇ ਜ਼ਿਮੀਂਦਾਰ ਨੇ ਉਹ ਪੈਸੇਦਾਰ ਲੀਡਰ ਨੇ, ਜੱਟ ਜ਼ਰੂਰ ਨੇ ਪਰ ਜ਼ਿਮੀਂਦਾਰ ਨਹੀਂ ਆਣੋ। ਜੱਟ ਹੋਣਾ ਜ਼ਿਮੀਂਦਾਰੀ ਜ਼ਰੂਰ ਹੋਣਾ ਜ਼ਰੂਰੀ ਨਹੀਂ। ਜ਼ਿਮੀਂਦਾਰ ਹੀ ਅਸਲੀ ਕਿਸਾਨ, ਜ਼ਿਮੀਂਦਾਰੀ ਹੈ ਨਾ, ਜ਼ਿਮੀਂਦਾਰੀ। ਅੱਛਾ, ਇੱਕ ਹੋਰ ਆਖਰੀ ਗੱਲ, ਤਾਂ ਲੱਗਦਾ ਕਿ ਜਦ ਸੰਵਿਧਾਨ ਦੇ ਵਿੱਚ ਸਿੱਖ ਇੱਕ ਵੱਖਰੀ ਕੌਮ ਆ ਤੇ ਇਸ ਮੌਕੇ ਮਤਾ ਪਾਸ ਕਰਨਾ ਹੈਗਾ, ਇਹ ਕਿੱਥੋਂ ਕੁ ਤੱਕ ਇਹ ਮੈਨੂੰ ਵੀ ਬੜਾ ਚੁਭਿਆ ਜਿਹਾ ਹੈਗਾ ਕਿ ਹਜੇ ਵੀ ਅਸੀਂ ਸਰਟੀਫਿਕੇਟ ਲੈਂਦੇ ਫਿਰਦੇ ਹੈਗੇ ਕਿ ਇੱਕ ਸਿੱਖ ਵੱਖਰੀ ਕੌਮ ਆ, ਇੱਕ ਸਿੱਖ ਤੇ ਵੱਖਰਾ ਧਰਮ ਆ। ਮੈਂ ਇਹ ਚੀਜ਼ ਨੂੰ ਬਹੁਤ ਵਾਰੀ ਕਹਿ ਚੁੱਕਿਆ, ਕਦੇ ਕਿਸੇ ਨੇ ਨਹੀਂ ਕਿਹਾ ਵੀ ਮੈਂ ਫਲਾਣੀ ਕੌਮ ਹੈ। ਤੁਸੀਂ ਆਪਣੇ ਆਪ ਨੂੰ ਬਿਹੇਵ ਕਰੋ ਐਜ਼ ਸੈਪਰੇਟ ਨਹੀਂ, ਤੁਸੀਂ ਆਪਣੀ ਹੋਂਦ ਆਪਣੀ ਬਣਾ ਕੇ ਰੱਖੋ। ਸਾਨੂੰ ਕਹਿਣ ਦੀ ਲੋੜ ਨਹੀਂ, ਕੋਈ ਕਦੋਂ ਕਹੇ ਤੁਸੀਂ ਫਲਾਣੇ ਹੋ ਕਹੋ ਜੀ ਹਾਂ ਠੀਕ ਹੈ। ਫਿਰ ਇਹਨੂੰ ਮਤਾ ਪਾਸ ਕਰਨ ਦੀ ਜ਼ਰੂਰਤ ਆ। ਇਹ ਤਾਂ ਮੇਰਾ ਜਿਸ ਤੋਂ ਖਿਆਲ ਹੈ ਇਹਦਾ ਕੋਈ ਇਹਦੀ ਤੁਕ ਕੋਈ ਬਣਦੀ ਨਹੀਂ, ਕੋਈ ਫਾਇਦਾ ਨਹੀਂ ਇਹਦਾ। ਇਹ ਪਤਾ ਨਹੀਂ ਕਿਉਂ ਇਹ ਕੀਤਾ। ਇਹਦੇ 'ਚੋਂ ਫਿਰ ਉਹ ਪੁਰਾਣੀ ਗੱਲ ਆ ਜਾਂਦੀ ਹੈ ਕਿ ਇਹ ਕਿਤੇ ਨਾ ਕਿਤੇ ਜਿਹਨੂੰ ਕਹਿੰਦੇ ਸੈਪਰੇਟਿਜ਼ਮ ਆ ਜਾਂਦਾ। ਇਸ ਕਰਕੇ ਨਹੀਂ ਹੈਗਾ ਕਿ RSS ਸਾਰੇ ਰੌਲਾ ਪਾਉਂਦੇ ਕਿ ਹਿੰਦੂ ਰਾਸ਼ਟਰ ਆ, ਵੀ ਨਹੀਂ ਜੀ, ਇਹ ਸਿੱਖਾਂ ਦਾ ਵੀ ਸਟੇਟ ਹੈਗਾ, ਇਹ ਸਿੱਖ ਵੀ ਇੱਥੇ ਵੱਸਦੇ। ਦੇਖੋ, ਸਿੱਖ ਸਟੇਟ ਦਾ ਸਵਾਲ ਨਹੀਂ ਹੈਗਾ, ਇਹ ਫੈਡਰਲ ਸਿਸਟਮ ਹੈ। ਫੈਡਰਲ ਸਿਸਟਮ, ਤੁਸੀਂ ਪੰਜਾਬ ਦੀ ਗੱਲ ਕਰੋ, ਪੰਜਾਬ ਹੈ, ਪੰਜਾਬ ਦੀ ਗੱਲ ਕਰੋ। ਪੰਜਾਬ ਦੀ ਗੱਲ ਕਰੋਗੇ, ਜ਼ਿਮੀਂਦਾਰ ਦੀ ਗੱਲ ਆਪੇ ਹੋਗੀ। ਹੁਣ ਜਿਹੜਾ 60,000 ਕਰੋੜ ਦੀਆਂ, ਨਹੀਂ ਮੈਂ ਕਹਿ ਰਿਹਾ ਅੱਜ ਲੋੜ ਕਿਉਂ ਪੈ ਗਈ? ਸਿੱਖ ਇੱਕ ਵੱਖਰੀ ਕੌਮ, ਸਿੱਖ ਇੱਕ ਵੱਖਰਾ ਧਰਮ, ਅਸੀਂ ਕਿਉਂ ਸਰਟੀਫਿਕੇਟ ਲੈਂਦੇ ਫਿਰਦੇ ਹੈਗੇ? ਸਰਟੀਫਿਕੇਟ ਨਹੀਂ, ਇਹ ਇੱਕ ਇਹ ਸਲੋਗਨ ਨੂੰ ਵੇਚਦੇ ਹੈ। ਇਹ ਸਲੋਗਨ ਨੂੰ ਜਿਹੜੇ ਬਹੁਤੇ ਤੱਤੇ ਗਰਮ ਨੇ, ਖਾਲਿਸਤਾਨ ਇਹ ਹੈ ਉਹ ਹੈ, ਉਹ ਜਿਹੜਾ ਹੈ ਨਾ ਐਲੀਮੈਂਟ, ਉਹਨੂੰ ਖੁਸ਼ ਕਰਨ ਵਾਸਤੇ ਹੈ ਇਹ। ਇਹਦੇ 'ਚ ਕੋਈ ਤੁਕ ਨਹੀਂ ਬਣਦੀ, ਬਲਕਿ ਇਹ ਨੁਕਸਾਨਦੇਹ ਹੈ। ਸਾਨੂੰ ਕਹਿਣ ਦੀ ਕੀ ਲੋੜ ਹੈ ਵੀ ਅਸੀਂ ਅੱਡ ਹਾਂ? ਅਸੀਂ ਜੋ ਹੈਗੇ ਹਾਂ। ਕਿਸੇ ਨੇ ਐਕਸੈਪਟ ਕਰਨਾ ਨਹੀਂ ਕਰਨਾ ਨਾ ਕਰੋ। ਅੱਛਾ, ਮੇਰਾ ਆਖਰੀ ਸਵਾਲ ਹੈ, 100 ਸਾਲੀ ਸ਼ਤਾਬਦੀ ਸਮਾਗਮ ਮਰਵਾਲੇ, ਚੰਗੀ ਸ਼ੁਰੂਆਤ ਹੋਵੇ ਤਾਂ ਲੱਗਦਾ ਕਿਹੋ ਜਿਹੇ ਹੁਣ ਕੰਮ ਕਰਨ ਦੀ ਜ਼ਰੂਰਤ ਹੈ ਸ਼ੁਰੂ ਕਰਨ ਦੀ? ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਕਿ ਪਿੰਡ ਲੈਵਲ ਤੋਂ ਇਹਨਾਂ ਦਾ ਸਿੱਖੀ ਦਾ ਪ੍ਰਚਾਰ ਸ਼ੁਰੂ ਹੋਵੇ, ਜਿਹਦੇ ਵਿੱਚ ਤਾਲੀਮ ਔਰ ਜਾਤ ਪਾਤ ਤੋਂ ਉੱਠ ਕੇ ਉਹ ਜਿਹੜੀ ਹੈ ਉਹ ਅੱਗੇ ਹੋਵੇ। ਜਿਹੜੇ ਬਣੇ ਹੋਏ ਨੇ ਗੁਰਦੁਆਰੇ ਜਾਤਾਂ ਪਾਤਾਂ ਦੇ ਨਾਮ 'ਤੇ, ਉਹਨਾਂ ਨੂੰ ਪਰਸੂਏਟ ਕਰਕੇ, ਪ੍ਰਚਾਰ ਕਰਕੇ, ਆਪਣੇ ਬੰਦੇ ਭੇਜ ਕੇ ਉਹਨਾਂ ਨੂੰ ਇਹ SGPC ਆਪਣੀ ਤਹਿਵੀਲ 'ਚ ਲਏ। ਜੇ ਆਪਣੇ 'ਚ ਨਹੀਂ ਲੈਂਦੇ ਤਾਂ ਬਿਹਤਰ ਇਹੀ ਹੋਊਗੀ ਵੀ ਜਿਹੜੇ ਉੱਥੋਂ ਦੇ ਹਨ ਤੁਹਾਡੇ ਮੈਂਬਰ, ਉਹ ਰਲ ਕੇ ਉਹ ਪੰਚਾਇਤ ਨੂੰ ਬਣਾਉਣ। ਕਿਉਂਕਿ ਪੰਚਾਇਤ ਦੀ ਹਰ ਦੂਜੇ ਚੌਥੇ ਸਾਲ ਜਿਹੜੀ ਇਲੈਕਸ਼ਨ ਹੁੰਦੀ ਹੈ, ਉਹਦੇ ਨਾਲ ਉਹ ਗੁਰਦੁਆਰੇ ਦੀ ਜਿਹੜੀ ਮੈਨੇਜਮੈਂਟ ਹੈ ਉਹ ਆਪੇ ਬਦਲ ਜਾਏਗੀ। ਉਹਦੀ ਅੱਡ ਸਾਨੂੰ ਕਰਨ ਦੀ ਲੋੜ ਨਹੀਂ। ਬਾਕੀ ਥੋੜ੍ਹੀ ਬਹੁਤ ਤਰਮੀਮ ਉਹਦੇ 'ਚ ਹੋ ਸਕਦੀ ਹੈ, ਲੋਕਲ ਮੈਨੇਜਮੈਂਟ ਹੋਵੇ। ਔਰ ਕਿਤੇ ਵੀ ਪਿੰਡ ਦੇ ਵਿੱਚ 2 ਜਾਂ 3 ਜਿਹੜੀਆਂ ਜਾਤਾਂ ਬੇਸ ਦੇ ਉੱਪਰ ਮੰਡੀਆਂ ਨਹੀਂ ਹੋਣੀਆਂ ਚਾਹੀਦੀਆਂ। ਔਰ ਜਿਹੜੀ ਰਹਿਤ ਮਰਿਆਦਾ ਹੈ, ਜਿਹੜੀ ਸਭ ਤੋਂ ਜ਼ਰੂਰੀ ਚੀਜ਼ ਮੈਂ ਬੇਨਤੀ ਕਰਾਂਗਾ ਉਹ ਇਹ ਹੈ, ਜਿਹੜੀ ਪੰਥ ਪ੍ਰਵਾਨਿਤ ਮਰਿਆਦਾ ਹੈ, ਜਿਹਨੂੰ ਤਿਆਰ ਕਰਨ ਵਾਸਤੇ 14 ਸਾਲ ਲੱਗੇ, 1932 ਤੋਂ ਲੈ ਕੇ 1946 ਤੱਕ। ਉਹਨਾਂ ਦੇ ਕਨਵੀਨਰ ਸੀਗੇ ਪ੍ਰਿੰਸੀਪਲ ਤੇਜਾ ਸਿੰਘ ਅਤੇ ਬਾਕੀ 24 ਹੋਰ ਵਿਦਵਾਨ ਸੀਗੇ ਉਹਨਾਂ ਨੇ। ਔਰ ਉਹਨਾਂ ਨੂੰ ਅਸੀਂ ਲਾਗੂ ਕਰੀਏ। ਉਹਦੇ ਵਿੱਚ ਜਾਤ ਪਾਤ ਇਹ ਉਹ ਸਭ ਕੁਛ ਹੈ। ਹੁਣ ਉਹਦੇ ਵਿੱਚ ਜਿਹੜੀ ਬੇਸਿਕ ਚੀਜ਼ਾਂ ਜਿਹੜੀਆਂ, ਦੂਜਾ ਇਹ ਉਹ ਵੀ ਮੈਂ ਤੁਹਾਨੂੰ ਹੁਣੇ ਦੱਸ ਦਿਆਂ ਕਿ ਸਿੱਖ ਸਿਰਫ 2 ਹਿੱਸੇ 'ਚ ਅਸੀਂ ਵੰਡ ਸਕਦੇ ਹਾਂ, ਅੰਮ੍ਰਿਤਧਾਰੀ ਔਰ ਗੈਰ ਅੰਮ੍ਰਿਤਧਾਰੀ। ਤੀਜਾ ਸਿੱਖ ਕੋਈ ਨਹੀਂ ਹੈ। ਸਹਿਜਧਾਰੀ ਨਹੀਂ ਹੈਗਾ। ਸਹਿਜਧਾਰੀ ਕੋਈ ਲਫ਼ਜ਼ ਨਹੀਂ ਹੈ ਸਿੱਖ ਦੇ ਵਿੱਚ।
ਸਹਿਜਧਾਰੀ ਤਾਂ ਉਹ ਹੁੰਦਾ ਜਿਹੜਾ ਹੌਲੀ ਹੌਲੀ ਅੱਗੇ ਜਾਏ। ਇੱਕ ਮੇਰਾ ਦੋਸਤ ਆ, ਮੇਰੀ ਉਮਰ ਤੋਂ ਵੱਡਾ, ਉਹ ਅਜੇ ਵੀ ਸਹਿਜਧਾਰੀ ਹੈ, ਮੋਨਾ ਹੈ, ਉਹ ਸਿੱਖ ਹੈ, ਉਹਨੂੰ ਸਹਿਜਧਾਰੀ ਕਹਿਣ ਦੀ ਲੋੜ ਨਹੀਂ। ਠੀਕ ਹੈ, ਤੂੰ ਸਿੱਖ ਹੈ ਭਾਈ, ਕੋਈ ਜ਼ਰੂਰੀ ਤਾਂ ਨਹੀਂ ਵੀ ਸਾਰਿਆਂ ਨੇ ਅੰਮ੍ਰਿਤ ਛਕਣਾ ਹੈ। ਅੰਮ੍ਰਿਤ ਤਾਂ ਸਿਲੈਕਟਡ ਨੇ, ਅੰਮ੍ਰਿਤ ਹਰ ਇੱਕ ਦੀ ਚੀਜ਼ ਨਹੀਂ ਹੈ। ਪਹਿਲਾਂ ਆਪਣੇ ਅੰਦਰੋਂ ਤਿਆਰ ਹੋਵੋਗੇ, ਅੰਮ੍ਰਿਤ ਛਕਣ ਦੇ ਲਾਇਕ ਹੋਵੋਗੇ ਤਾਂ ਅੰਮ੍ਰਿਤ ਛਕੋਗੇ। ਉੱਥੇ ਪੁੱਛਿਆ ਜਾਂਦਾ ਹੈ ਵੀ ਤੂੰ ਅੰਮ੍ਰਿਤ ਛਕਣ ਨੂੰ ਤਿਆਰ ਹੈ? ਜੇ ਤੇਰੇ ਅਜੇ ਵੀ ਕਮਜ਼ੋਰੀ ਹੈ ਤਾਂ ਹੁਣ ਵੀ ਛੱਡ ਦੇ। ਇਹ ਅੰਮ੍ਰਿਤ ਇਉਂ ਨਹੀਂ ਬੁਲਾਇਆ ਜਾਂਦਾ, ਬੁਲਾ ਕੇ ਵੀ ਅੰਮ੍ਰਿਤ ਛਕਾ ਦਿਓ। ਅੰਮ੍ਰਿਤ ਛਕਣ ਵਾਸਤੇ ਆਪ ਜਾਣਾ ਪੈਂਦਾ ਹੈ। ਇਹ ਵੀ ਤਾਂ ਇਹਨਾਂ ਨੇ ਕਿਵੇਂ ਬਣਾਤਾ ਨਾ। ਠੀਕ ਹੈ, ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਉਹ ਅੰਮ੍ਰਿਤਧਾਰੀਆਂ ਦੇ ਹੱਥ 'ਚ ਹੋਣੀ ਚਾਹੀਦੀ ਹੈ। ਉਹਦੇ ਵਿੱਚ ਸਾਨੂੰ ਜਿਹੜੇ ਦੂਸਰੇ ਇਨਫਿਲਟਰੇਟ ਕਰਦੇ ਨੇ ਉਹ ਰੋਕਣੇ ਪੈਣਗੇ। ਸਹਿਜਧਾਰੀ ਦੇ ਮੈਂ ਇੱਕ ਪੁਆਇੰਟ ਹੋਰ ਤੁਹਾਨੂੰ ਦੱਸ ਦਿਆਂ, ਕਿਉਂਕਿ ਇਹ ਕਹਿਣਗੇ ਜੀ ਵੀ ਇਸ ਤੋਂ ਪਹਿਲਾਂ ਵੀ ਸਹਿਜਧਾਰੀ ਸੀਗੇ। ਪਹਿਲੇ ਜਿਹੜੇ ਸਹਿਜਧਾਰੀ ਦਾ ਕੋਈ 1-2 ਮੈਂਬਰ ਸੀਗੇ, ਉਹਨਾਂ ਨੂੰ ਕੋਆਪਟ ਕਰਦੇ ਸੀ, ਉਹ ਇਲੈਕਸ਼ਨ ਲੜ ਕੇ ਨਹੀਂ ਸੀ ਆਉਂਦੇ। ਦੂਸਰਾ ਇਹ ਕਿ ਉਸ ਵੇਲੇ ਜਿਹੜੇ ਸੀਗੇ ਸਹਿਜਧਾਰੀ, ਉਹ ਸੀਗੇ ਜਿਹੜੇ ਕੁਛ ਨਾ ਕੁਛ ਜਿਨ੍ਹਾਂ ਨੂੰ ਸਿੱਖੀ ਲਗਾਓ ਸੀ, ਔਰ ਸਿੱਖੀ ਲਗਾਓ ਨੂੰ ਰੱਖਣ ਵਾਸਤੇ ਅੰਮ੍ਰਿਤਧਾਰੀ ਉਹ ਹੋ ਨਹੀਂ ਸੀ ਸਕਦੇ, ਉਹ ਤਿਆਰ ਨਹੀਂ ਸੀ ਹੁੰਦੇ ਅੰਦਰੋਂ। ਇਸ ਕਰਕੇ ਸੀ ਹੁਣ ਜਿਹੜਾ ਸਹਿਜਧਾਰੀ ਹੈ, ਹੁਣ ਉਹ ਇਨਫਿਲਟਰੇਟਰ ਹੈ। ਇਹ ਜਿਹੜਾ ਇਹ ਵੀ ਹੁਣ ਦੱਸਦੇ ਬਹੁਤਾਂ ਨੂੰ ਨਹੀਂ ਪਤਾ ਹੋਣਾ, 71 ਦੇ ਵਿੱਚ ਦਿੱਲੀ ਜਿਹੜੀ ਗੁਰਦੁਆਰਾ ਕਮੇਟੀ ਦਾ, ਜਿਹਦੇ ਵਿੱਚ ਸ਼ਰਤ ਆਈ ਹੈ ਇਹ ਅੰਮ੍ਰਿਤਧਾਰੀ ਦੀ, ਇਹ ਇੰਦਰਾ ਗਾਂਧੀ ਨੇ RSS ਨੂੰ ਰੋਕਣ ਵਾਸਤੇ, ਸਰਦਾਰ ਜੋਗਿੰਦਰ ਸਿੰਘ ਇੱਕ ਹੁੰਦੇ ਸੀਗੇ ਪੋਲੀਟੀਸ਼ੀਅਨ, ਤੁਸੀਂ ਜਾਣਦੇ ਹੋ, ਸੁਣਿਆ ਹੋਣਾ ਉਹਨਾਂ ਦਾ ਨਾਮ, ਗਵਰਨਰ ਰਹੇ ਨੇ ਰਾਜਸਥਾਨ ਦੇ। ਉਹਦੇ ਥਰੂ ਸਿੱਖਾਂ ਨੇ ਅਪਰੋਚ ਕੀਤਾ, ਉਹਨੇ ਕਿਹਾ ਮੈਂ ਗੱਲ ਕਰੂੰਗਾ। ਇਹ ਉਹਨਾਂ ਨੂੰ ਰੋਕਣ ਵਾਸਤੇ ਉਹਦੇ 'ਚ ਆਇਆ ਵੀ ਅੰਮ੍ਰਿਤਧਾਰੀ ਹੋਣਾ ਚਾਹੀਦਾ, ਔਰ ਅੰਮ੍ਰਿਤਧਾਰੀ ਹੋਣਾ ਚਾਹੀਦਾ ਹੈ। ਸਾਨੂੰ ਇਨਫਿਲਟਰੇਸ਼ਨ ਰੋਕਣ ਵਾਸਤੇ ਕਿਉਂਕਿ ਹਰ ਇੱਕ ਸੰਸਥਾ ਦੀ ਆਪੋ ਆਪਣੀ ਜਿਹਨੂੰ ਕਹਿੰਦੇ ਨੇ ਕੋਡ ਹੁੰਦਾ ਹੈ। ਇਹ ਨਹੀਂ ਕਹਿਣਾ ਵੀ ਜਿਵੇਂ ਮੈਂ ਸਿੱਖ ਹਾਂ ਤਾਂ ਮੈਂ ਜ਼ਰੂਰ ਇਹਦਾ ਮੈਂਬਰ ਬਣ ਸਕਦਾ, ਨਹੀਂ। ਅਸੀਂ ਮੈਂਬਰ ਹਾਂ, ਅਸੀਂ ਵੋਟਰ ਹਾਂ, ਲੇਕਿਨ ਵੋਟਰ ਹੋਣ ਦੀ ਇੱਕ ਉਮਰ ਹੈ। ਫਿਰ ਇਹ ਹੁੰਦਾ ਕਿਸੇ ਹੋਰ ਸੰਸਥਾ ਜ਼ਿਆਦਾ ਉਹ 'ਚ ਇੰਨਾ ਪੜ੍ਹਿਆ ਹੋਣਾ ਚਾਹੀਦਾ। ਇਹਦਾ ਮਤਲਬ ਇਹ ਤਾਂ ਨਹੀਂ ਕਿ ਤੁਸੀਂ ਹਿੰਦੁਸਤਾਨੀ ਨਹੀਂ ਹੋ। ਮਤਲਬ ਇਹ ਹੈ ਵੀ ਅਸੀਂ ਇਲੈਕਸ਼ਨ ਦੇ ਜਿਹੜੇ ਵਿੱਚ ਲੈਣੇ, ਅਸੀਂ ਚਾਹੁੰਦੇ ਹਾਂ ਵੀ ਤਾਂ ਕਿ ਜਿਹੜਾ ਅਨਵਾਂਟਡ ਐਲੀਮੈਂਟ ਨਾ ਉਹਦੇ 'ਚ ਆ ਜਾਏ। ਠੀਕ ਹੈ, ਬਹੁਤ ਮਿਹਰਬਾਨੀ ਸਰ ਨੇ ਭਾਈ ਅਸ਼ੋਕ ਸਿੰਘ ਬਾਗੜੀਆਂ। ਔਰ ਜਿੱਥੋਂ ਤੱਕ ਮਸਲਾ ਕਿ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੂਰੇ 100 ਸਾਲ ਹੋ ਚੁੱਕੇ ਨੇ, ਸ਼ਤਾਬਦੀ ਵੀ ਮਨਾਈ ਗਈ, ਮਤੇ ਵੀ ਪਾਸ ਕੀਤੇ ਗਏ ਨੇ, ਪਰ ਸਵਾਲ ਆ ਕਿ ਜਿਸ ਮਨਸਾ ਦੇ ਨਾਲ, ਜਿਸ ਮੰਤਵ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੀਂਹ ਰੱਖੀ ਗਈ, ਕੀ ਉਹ ਨੀਂਹ ਮਜ਼ਬੂਤ ਆ? ਔਰ ਕੀ ਹੁਣ ਜਿਹੜੇ ਅੱਜ ਅਸੀਂ ਮਤੇ ਪਾਸ ਕੀਤੇ ਨੇ ਉਸ 'ਤੇ ਅਸੀਂ ਤਲੀਮ ਕਰਾਂਗੇ, ਔਰ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ, ਸਿੱਖ ਕੌਮ ਦੇ ਭਵਿੱਖ ਵਾਸਤੇ, ਗੁਰੂ ਧਾਮਾਂ ਦੀ ਸੇਵਾ ਸੰਭਾਲ ਵਾਸਤੇ, ਸਿੱਖੀ ਦੇ ਪ੍ਰਚਾਰ ਵਾਸਤੇ, ਵਿੱਦਿਆ ਦੇ ਪ੍ਰਸਾਰ ਵਾਸਤੇ ਕੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨੀ ਗਤੀ ਦੇ ਨਾਲ ਕੰਮ ਕਰੇਗੀ ਜਿੰਨੀ ਗਤੀ ਦੇ ਨਾਲ ਮਤੇ ਪਾਸ ਕੀਤੇ ਗਏ ਨੇ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ, ਨਿਊਜ਼ ਚੰਡੀਗੜ੍ਹ।